समझण एक दूजे नू पाई। दा की मार न जेड़े रब दे होवण मारे, रब दे होवण मारे, जेड़े रब दे होवण मारे। एक रोटी लई 100 खैरां मंगण यार प्यारे, जो सारे धर्मां नू मन्ने, जो सारे धर्मां नू मन्ने, उसनू कहण शुदाई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ, ਜਿੱਥੇ ਆਪ ਜੀ ਉਹ ਪ੍ਰੋਗਰਾਮ ਦੇਖਦੇ ਸੀ। ਬਹੁਤ ਹੀ ਜ਼ਿਆਦਾ ਬਰਾਦਰੀ ਭਾਈਚਾਰੇ ਵੱਲੋਂ, ਸੰਗਤ ਵੱਲੋਂ ਬਹੁਤ ਹੀ ਜ਼ਿਆਦਾ ਜਿਹੜਾ ਸੀ ਉਹ ਇੱਕ ਹੁਲਾਰਾ ਮਿਲਿਆ। ਔਰ ਆਮ ਸੰਗਤ ਦੀ ਜਿਹੜੀ ਇੱਕ ਡਿਮਾਂਡ ਸੀ ਕਿ ਵੀ ਇਹਦੇ ਉੱਤੇ ਕੋਈ ਇੱਕ ਇਹੋ ਜਿਹੀ ਡਾਕੂਮੈਂਟਰੀ, ਇੱਕ ਪਿਕਚਰ ਤਿਆਰ ਕੀਤੀ ਜਾਵੇ। ਇਸੇ ਸੰਬੰਧ ਵਿੱਚ 1947 ਦਾ ਸੰਤਾਪ ਪ੍ਰੋਗਰਾਮ ਦੇ ਸੰਬੰਧ ਵਿੱਚ ਜਿਹੜੇ ਅਲੱਗ-ਅਲੱਗ ਇਲਾਕੇ ਦੇ ਵਿੱਚ ਸਾਡੇ ਸਿੰਘ ਸ਼ਹੀਦ ਹੋਏ ਨੇ, ਜਿਹੜੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ, ਕਿਉਂਕਿ ਜੰਮੂ ਕਸ਼ਮੀਰ ਦੀ ਧਰਤੀ ਦੀ ਜੇ ਗੱਲ ਕਰੀਏ ਤੇ ਅਸੀਂ ਅੱਜ ਤੱਕ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਹੀ ਸੀਮਤ ਸੀ ਕਿ ਸ਼ਾਇਦ ਜੰਮੂ ਕਸ਼ਮੀਰ ਦੇ ਵਿੱਚ ਕੇਵਲ ਬੰਦਾ ਸਿੰਘ ਬਹਾਦਰ ਹੀ ਸ਼ਹੀਦ ਹੋਏ ਨੇ। ਪਰ ਜਦੋਂ ਵੀ ਕਿਤੇ ਚਮਕੌਰ ਸਾਹਿਬ ਜਾਓ, ਉੱਥੇ 40 ਸਿੰਘਾਂ ਦੇ ਵਿੱਚ ਜਦੋਂ ਅਸੀਂ ਕਿਰਪਾਲ ਸਿੰਘ ਜੀ ਦਾ ਨਾਮ ਪੜ੍ਹਦੇ ਹਾਂ ਤੇ ਛਾਤੀ ਚੌੜੀ ਹੁੰਦੀ ਹੈ ਕਿ ਜੰਮੂ ਕਸ਼ਮੀਰ ਦੀ ਧਰਤੀ ਮਟਨ ਦੇ ਵਿੱਚ ਰਹਿਣ ਵਾਲੇ ਉਹ ਕਿਰਪਾ ਦੱਤ ਜਿਹੜੇ ਕਿਸੇ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਦਰਬਾਰ ਦੇ ਵਿੱਚ ਗਏ ਸੀ। ਔਰ ਉੱਥੇ ਜਾ ਕੇ ਉਹਨਾਂ ਨੇ ਜਿਹੜੀ ਸੀ ਕਸ਼ਮੀਰੀ ਪੰਡਤਾਂ ਦੇ ਤਿਲਕ ਜੰਜੂ ਦੀ ਰਾਖੀ ਦੀ ਫਰਿਆਦ ਕੀਤੀ ਸੀ। ਗੁਰੂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ 1699 'ਚ ਅੰਮ੍ਰਿਤ ਛਕਦੇ ਨੇ ਔਰ 1704 ਦੇ ਵਿੱਚ ਉਹ ਜਿਹੜੇ ਨੇ ਚਮਕੌਰ ਦੇ ਵਿੱਚ ਸ਼ਹੀਦ ਹੁੰਦੇ ਨੇ। ਉਸ ਤੋਂ ਬਾਅਦ ਬੇਅੰਤ ਜੰਮੂ ਕਸ਼ਮੀਰ ਦੇ ਵਿੱਚ ਸਿੰਘ ਜਿਹੜੇ ਨੇ ਉਹ ਸ਼ਹੀਦੀ ਜਾਮਾਂ ਜਿਹੜੇ ਨੇ ਉਹਨੂੰ ਅਪਣਾ ਚੁੱਕੇ ਨੇ, ਪਰ ਉਹਨਾਂ 'ਤੇ ਬਹੁਤੀ ਖੋਜ ਨਾ ਹੋ ਸਕੀ। ਪਰ 1947 ਦਾ ਸੰਤਾਪ ਪ੍ਰੋਗਰਾਮ ਕਰਦਿਆਂ ਮਨ 'ਚ ਆਇਆ। ਇਸੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਸ਼ਹੀਦਾਂ ਦੀਆਂ ਅਸਥਾਨ ਔਰ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਥੇ ਵੀ ਕਿਤੇ ਨੇ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਆਪ ਜੀ ਨੂੰ ਉਹਨਾਂ ਦਾ ਜਿਹੜੇ ਸ਼ਹੀਦੀ ਦਾਸਤਾਨ ਹੈ ਦੱਸੀ ਜਾਵੇ। ਸੋ ਸਾਨੂੰ ਪਤਾ ਲੱਗਾ ਜੰਮੂ ਤੋਂ ਤਕਰੀਬਨ 100 ਤੇ ਕੋਈ 25 ਕਿਲੋਮੀਟਰ ਦੂਰ ਕਿਲਾ ਦਰਹਾਲ ਇੱਕ ਇਲਾਕਾ ਹੈ, ਜਿਸ ਇਲਾਕੇ ਦੇ ਵਿੱਚ 1947 ਦੇ ਵਿੱਚ ਜਿਹੜਾ ਜੇ ਉਹ ਇੱਕ ਬਹੁਤ ਵੱਡਾ ਉੱਥੇ ਇੱਕ ਘੱਲੂਘਾਰਾ ਵਾਪਰਿਆ, ਜਿਹਦੇ ਵਿੱਚ ਸਿੰਘ ਜਿਹੜੇ ਨੇ ਉਹ ਕੇਵਲ ਉਹਨਾਂ ਦੀ ਗਿਣਤੀ ਤੇ 5-6 ਸੀ ਸ਼ਹੀਦ ਹੋਣ ਵਾਲਿਆਂ ਦੀ। ਪਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਢੰਗ ਦੇ ਨਾਲ ਉਹ ਉੱਥੇ ਲੜੇ ਨੇ, ਉਹ ਲੰਬਾ ਸਮਾਂ ਕਿਲੇ ਦੇ ਵਿੱਚ ਤਕਰੀਬਨ 2 ਮਹੀਨੇ ਤੋਂ ਜ਼ਿਆਦਾ ਸਮਾਂ ਉਹ ਇੱਕ ਕਿਲੇ ਦੇ ਵਿੱਚ ਰਹੇ। ਔਰ ਸ਼ੇਮ ਜਿਸ ਤਰ੍ਹਾਂ ਅਨੰਦਪੁਰ ਦਾ ਕਿਲਾ ਜਾਂ ਸਾਰਾਗੜ੍ਹੀ ਦੇ ਕਿਲੇ ਦੀ ਅਸੀਂ ਗੱਲ ਕਰੀਏ
ਉਸੇ ਤਰ੍ਹਾਂ ਉਹਨਾਂ ਨੇ ਜੰਗਾਂ ਲੜ ਕੇ ਉਹਨਾਂ ਕਬਾਲੀਆਂ ਦੇ ਕੋਲੋਂ ਹਿੰਦੁਸਤਾਨ ਦਾ ਉਹ ਇਲਾਕਾ ਜਿਹੜਾ ਸੀ ਉਹ ਆਜ਼ਾਦ ਕਰਵਾਇਆ ਔਰ ਉਸ ਨੂੰ ਇਸ ਭਾਰਤ ਦਾ ਇੱਕ ਅੰਗ ਬਣਾਇਆ। ਸ਼ਾਇਦ ਜੇ ਸਾਡੇ ਬਜ਼ੁਰਗ ਉੱਥੇ ਨਾ ਲੜਦੇ ਤੇ ਅੱਜ ਉਹ ਇਲਾਕਾ ਜਿਹੜਾ ਅੱਜ ਸਾਡੇ ਕੋਲ ਹੈ ਉਹ ਵੀ ਮੀਰਪੁਰ ਦੀ ਤਰ੍ਹਾਂ ਅੱਜ ਕਿਸੇ ਹੋਰ ਦੁਸ਼ਮਣ ਦੇ ਇਲਾਕਾ ਹੋਣਾ ਸੀ। ਸੋ ਸਾਧ ਸੰਗਤ ਆਓ, ਸਾਡੀ ਪੂਰੀ ਦੀ ਪੂਰੀ ਟੀਮ ਇਸ ਵਕਤ ਕਿਲ੍ਹਾ ਦਰਹਾਲ ਦੇ ਵਿੱਚ ਜਾ ਰਹੀ ਹੈ। ਸਤਿਗੁਰੂ ਅਰਦਾਸ ਸਤਿਗੁਰੂ ਜੀ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਆਪ ਸਹਾਈ ਹੋਣ। ਸੋ ਕਿਲ੍ਹਾ ਦਰਹਾਲ ਇਸ ਤੋਂ ਬਾਅਦ ਪੜਾਵ ਦਰ ਪੜਾਵ ਜਿਹੜੇ ਅੱਗੇ ਸਾਡੇ ਸ਼ਹੀਦੀ ਸਥਾਨ ਨੇ, ਜਿਹੜੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਹ ਥਾਵਾਂ ਦੇ ਜਿਹੜੀਆਂ ਨੇ ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰਾਂਗੇ। ਸੋ ਅਰਦਾਸ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਪੂਰੀ ਟੀਮ ਨੂੰ ਜਿਹੜੀ ਹੈ ਚੜ੍ਹਦੀ ਕਲਾ ਬਖਸ਼ਣ, ਮੇਰਾ ਭਰਿਆ ਹੱਥ ਸਿਰ ਤੇ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ 1947 ਦਾ ਸੰਤਾਪ ਪ੍ਰੋਗਰਾਮ ਲਗਾਤਾਰ ਆਪ ਜੀ ਇਸ ਚੈਨਲ ਦੇ ਮਾਧਿਅਮ ਦੁਆਰਾ ਦੇਖ ਰਹੇ ਹੋ। ਇਸ ਸੰਬੰਧ ਦੇ ਵਿੱਚ 1947 ਦਾ ਜੋ ਸੰਤਾਪ, ਜਿੱਥੇ ਤਹਿਸੀਲ ਬਾਗ, ਤਹਿਸੀਲ ਪਲੰਦਰੀ, ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੇ ਆਪਣੇ ਪਿੰਡੇ ਤੇ ਸੰਤਾਪ ਹੰਡਾਇਆ। ਉੱਥੇ ਇਹ ਸੰਤਾਪ ਜਿਹੜਾ ਸੀ ਉਹ ਨੌਸ਼ਹਿਰੇ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਬਹੁਤ ਭਿਅੰਕਰ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ, ਕਿਉਂਕਿ ਇਹ ਸਾਰੇ ਦਾ ਸਾਰਾ ਜਿਹੜਾ ਏਰੀਆ ਹੈ, ਚਾਹੇ ਨੌਸ਼ਹਿਰਾ, ਮੀਰਪੁਰ, ਕੋਟਲੀ, ਇਹ ਸਾਰੇ ਦਾ ਸਾਰਾ ਇਲਾਕਾ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸੀ ਉਹ ਦੁਸ਼ਮਣ ਦੇ ਕਬਜ਼ੇ ਦੇ ਵਿੱਚ ਸੀ। ਔਰ ਇਸ ਨੌਸ਼ਹਿਰੇ ਦੇ ਲੋਕੀ ਬੜੇ ਬਹਾਦਰੀ ਦੇ ਨਾਲ ਇੱਥੇ ਲੜੇ ਨੇ। ਔਰ ਇਸ ਸਾਰੇ ਸੰਤਾਪ ਦੇ ਵਿੱਚ ਜੋ ਇੱਥੋਂ ਦੇ ਲੋਕਾਂ ਨੇ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ ਔਰ ਇਸ ਇਲਾਕੇ ਨੂੰ ਜਿਹੜਾ ਸੀ ਦੁਸ਼ਮਣ ਦੀ ਕੈਦ ਦੇ ਵਿੱਚੋਂ ਬਚਾਇਆ, ਇਹ ਸਾਰਾ ਕੁਝ ਆਪ ਸਭ ਜੀ ਦੇ ਸਾਹਮਣੇ ਲਿਆਉਣ ਵਾਸਤੇ ਸਾਡੇ ਪਾਸ ਬਜ਼ੁਰਗ ਮੌਜੂਦ ਨੇ। ਆਓ ਬਜ਼ੁਰਗਾਂ ਨਾਲ ਵਿਚਾਰ ਕਰਦੇ ਹਾਂ ਕਿ ਇਸ ਇਲਾਕੇ ਦੇ ਵਿੱਚ 1947 ਦੇ ਸੰਤਾਪ ਦੇ ਵਿੱਚ ਇਹਨਾਂ ਨੇ ਜਿਹੜਾ ਸੀ ਕਿਸ ਤਰ੍ਹਾਂ ਆਪਣੇ ਪਿੰਡੇ ਤੇ ਹੰਡਾਇਆ। ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪਾ ਜੀ ਕੇ ਨਾਮ, ਪਹਿਲੇ ਤੁਹਾਡਾ ਨਾਮ ਕੀ ਹੈ? ਮੈਂ ਰਿਟਾਇਰ ਹੈਡਮਾਸਟਰ ਰਘਬੀਰ ਸਿੰਘ ਹਾਂ। ਰਘਬੀਰ ਸਿੰਘ। ਮੇਰੇ ਪਿਤਾ ਜੀ ਸਰਦਾਰ ਹੁਕਮ ਸਿੰਘ ਜੀ ਨੇ 1947 28 ਅਕਤੂਬਰ ਨੂੰ ਸ਼ਹੀਦੀ ਪ੍ਰਾਪਤ ਕੀਤੀ ਸੀ। ਤੋ ਅੱਛਾ, ਤੁਹਾਡੀ ਜੇ ਉਮਰ ਕਿੰਨੀ ਸੀ ਉਸ ਵਕਤ? ਮੇਰੀ 8 ਸਾਲ ਦੀ ਉਮਰ ਸੀ। ਅੱਛਾ, 8 ਸਾਲ। ਅੱਛਾ, ਕਿ ਪੂਰਾ ਕਿ ਸਿਸਟਮ ਕੇ ਬਣਿਆ ਇੱਥੇ, ਭਲਾ ਤੁਸੀਂ ਪੂਰਾ ਬਰੀਫ ਹੀ ਦੱਸੋ ਨਾ। ਇਸ ਤਰ੍ਹਾਂ ਹੋਇਆ, ਜਦੋਂ ਪਾਰਟੀਸ਼ਨ ਤੋਂ ਬਾਅਦ ਸਾਡੇ ਜੰਮੂ ਕਸ਼ਮੀਰ ਨੇ ਹਿੰਦੁਸਤਾਨ ਦੇ ਨਾਲ ਅਲਾਕ ਨਹੀਂ ਸੀ ਕੀਤਾ। ਅੱਛਾ। ਤਾਂ ਸਾਰੇ ਇਲਾਕੇ ਦੇ ਵਿੱਚ ਜਿੱਥੇ ਹਿੰਦੂ ਮੁਸਲਮ ਸਿੱਖ ਤਾਂ ਆਪਸੀ ਜਦੋਂ ਮਿਨਾਰਟੀ ਮੈਜੋਰਟੀ ਦੇ ਵਿੱਚ ਜਿੱਥੇ ਸੀ ਟਕਰਾਅ ਹੋਣ ਲੱਗ ਪਿਆ ਤੇ ਸਾਰੀਆਂ ਖਬਰਾਂ ਸਾਰੇ ਫੈਲ ਰਹੀਆਂ ਸਨ। ਸਾਡੀ ਇੱਥੋਂ ਦੀ ਜਿਹੜੀ ਇਹ ਨਗਰੀ ਹੈ ਤੇ ਕਿਲ੍ਹਾ ਸ਼ਹੀਦਗੜ੍ਹ ਕਿਲ੍ਹਾ ਦਰਹਾਲ, ਇੱਥੇ ਨੌਸ਼ਹਿਰੇ ਤੋਂ ਤਕਰੀਬਨ 16 ਕਿਲੋਮੀਟਰ
ਵੈਸਟ ਸਾਈਡ ਤੇ ਹੈ ਤੇ ਇੱਥੇ ਤਕਰੀਬਨ 40-50 ਘਰ ਸਨ ਸਾਡੇ ਸਿੰਘਾਂ ਦੇ ਔਰ ਅੱਗੇ ਪਿੱਛੇ ਕਾਫੀ ਲੋਕ ਜਿਹੜੇ ਸਨ ਕਬਾਇਲੀ ਲੋਕ ਵਸਦੇ ਸਨ। ਸਾਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਸਾਡੇ ਤੇ ਹਮਲਾ ਹੋ ਰਿਹਾ ਹੈ, ਔਰ ਕਈ ਦੱਸ ਵੀ ਦਿੰਦੇ ਸਨ ਕਿ ਤੁਹਾਨੂੰ ਖਤਰਾ ਹੈ, ਤੁਸੀਂ ਆਪਣਾ ਆਪ ਬਚਾ ਲਓ। ਤੋ ਇਹਨਾਂ ਸਿੰਘਾਂ ਨੇ ਸੋਚਿਆ ਕਿ ਅਸੀਂ ਕਿਸ ਤਰ੍ਹਾਂ ਬਚਣਾ ਹੈ, ਕਿਉਂਕਿ ਕੋਈ ਕਿਸੇ ਪਾਸੇ ਰਸਤਾ ਜਾਣ ਦਾ ਨਹੀਂ ਹੈ, ਨਾ ਬਚਾਓ ਦਾ ਹੈ। ਤੋ ਉਸ ਟਾਈਮ ਮਹਾਰਾਜੇ ਦੀ ਫੌਜ ਦਾ ਬ੍ਰਿਗੇਡੀਅਰ ਚਤਰ ਸਿੰਘ ਜੋ ਚੰਗੜ ਸਨ, ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੂੰ ਕਿਹਾ ਸਾਨੂੰ ਹਥਿਆਰ ਦਿੱਤੇ ਜਾਣ। ਉਹਨਾਂ ਨੇ ਸਾਨੂੰ ਬੈਕ ਸਾਈਡ ਜੋ ਇੱਕ ਰੌਂਦ ਵਾਲੀ ਰਾਈਫਲ ਕਾਰਤੂਸ ਦੀ ਤਰ੍ਹਾਂ ਸੀ ਉਹ ਦਿੱਤੀਆਂ, ਜਿਹਦੀ ਮਾਰ ਤਕਰੀਬਨ ਰੇਂਜ ਸੀ ਉਹ 60-70 ਗਜ਼ 'ਤੇ ਸੀ। ਤੋ ਚੌਕੀਦਾਰ ਵੀ ਦਿੱਤੀਆਂ, ਕੋਈ ਸਾਡੇ ਕੋਲ ਬੰਦੂਕਾਂ ਖੁਦ ਸਨ। ਤੋ ਜੋ ਕਾਫੀ ਲੋਕ ਸਾਡੇ ਐਕਸ ਸਰਵਿਸਮੈਨ ਸਨ ਜੋ ਕੋਈ ਨੌਕਰੀ ਤੇ ਹਾਜ਼ਰ ਵੀ ਡਿਊਟੀ ਕਰ ਰਹੇ ਸਨ, ਕੁਝ ਛੁੱਟੀ ਆਏ ਹੋਏ ਸਨ। ਇਹਨਾਂ ਨੇ ਆਪਸੀ ਵਿਚਾਰ ਬਣਾਇਆ ਕਿ ਅਸੀਂ ਕਿਵੇਂ ਬਚਣਾ ਹੈ, ਕਿਸ ਪਾਸੇ ਜਾਣਾ ਹੈ। ਤੋ ਇਹਨਾਂ ਨੇ ਵਿਚਾਰ ਕੀਤਾ ਕਿ ਅਸੀਂ ਜਿਸ ਤਰ੍ਹਾਂ ਕਿ ਨੁਕਸਾਨ ਹੋ ਰਿਹਾ ਹੈ, ਇਹ ਹਿੰਦੂ ਮੁਸਲਮ ਦਾ ਜੋ ਸਿੱਖ ਦਾ ਜੋ ਇਹ ਕਮਿਊਨਲਿਜ਼ਮ ਚੱਲ ਰਿਹਾ ਹੈ, ਇਸ ਦੇ ਬਚਾਓ ਲਈ ਅਸੀਂ ਆਪਣਾ ਇੱਕ ਫੌਜ ਤਿਆਰ ਕਰਨੀ ਹੈ। ਆਪਣੀ ਜੋ ਅਨਟ੍ਰੇਨਡ ਉਹਨਾਂ ਨੂੰ ਟ੍ਰੇਨਿੰਗ ਦਿੱਤੀ। ਉਸ ਟਾਈਮ ਜਥੇਦਾਰ ਰਾਮ ਸਿੰਘ, ਜਥੇਦਾਰ ਦੀਵਾਨ ਸਿੰਘ ਨੇ ਵਿਚਾਰ ਬਣਾਇਆ ਕਿ ਸੂਬੇਦਾਰ ਰਣਜੀਤ ਸਿੰਘ ਉਸ ਟਾਈਮ ਨਾਇਕ ਸਨ, ਆਰਮੀ ਤੋਂ ਪੈਨਸ਼ਨ ਆਏ ਸਨ ਔਰ ਬਹੁਤ ਹੀ ਬੈਸਟ ਇੱਕ ਇੰਸਟ੍ਰਕਟਰ ਸਨ ਵੈਪਨ ਦੇ। ਉਹਨਾਂ ਨੂੰ ਇਹ ਡਿਊਟੀ ਸੌਂਪੀ ਕਿ ਜੋ ਲੋਕ ਅਨਟ੍ਰੇਨਡ ਹਨ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ। ਉਹਨਾਂ ਨੇ ਤਕਰੀਬਨ ਸਾਰਿਆਂ ਨੂੰ ਰਾਤ ਨੂੰ ਟ੍ਰੇਨਿੰਗ ਦੇਣੀ ਔਰ ਇੱਕ ਐਸੀ ਗੁਰੀਲਾ ਆਪਣੀ ਫੋਰਸ ਤਿਆਰ ਕਰ ਲਈ ਜੋ ਕਿ ਕਿਸੇ ਵੀ ਦੁਸ਼ਮਣ ਦਾ ਮੁਕਾਬਲਾ ਕਰ ਸਕੇ। ਤੋ ਉਸ ਟਾਈਮ ਸਾਡੇ ਤੇ 4-5-6 ਸਤੰਬਰ ਤੋਂ ਹੀ ਸਾਡੇ ਤੇ ਇਸ ਤਰ੍ਹਾਂ ਹਮਲੇ ਸ਼ੁਰੂ ਹੋ ਗਏ। ਫਿਰ ਇਹ ਅੱਗੇ ਪਿੱਛੇ ਜੋ ਇਸ ਪਿੰਡ ਦੇ ਅੱਗੇ ਪਿੱਛੇ ਕੋਈ 8-10 ਪਿੰਡ ਹਨ, ਇਹਨਾਂ ਵਿੱਚ ਜਿਹੜੇ ਨਾਲ ਕਿਹੜੇ ਪਿੰਡ ਨੇ? ਹਾਂ ਜੀ, ਇੱਥੇ ਸੀ ਸਰੀਲਾ, ਤਤੋਆ, ਲਹਿਰਾ, ਨੋਗਰਾ, ਨਾਲੀ, ਜੰਦਰੇਲੀਆਂ, ਅੰਦਰੂਠ, ਜਗਾਲਪੁਰ, ਸੇਰੀ, ਇਹ ਸਾਰਾ ਇਲਾਕਾ ਜੋ ਸੀ, ਇਹ ਰਾਜਪੁਰ ਕਬੀਲਾ, ਇਹ ਸਾਰੇ ਜੋ ਇਲਾਕੇ ਦੇ ਹਿੰਦੂ ਸਿੱਖ ਸਨ ਉਹ ਸਾਰੇ ਆਸਤਾ ਤੱਕ ਕਿਲੇ ਵਿੱਚ ਇਕੱਠੇ ਹੋ ਗਏ। ਇਹ ਕਿਲਾ ਕਿਹੜੇ ਸਾਲ ਦਾ ਬਣਿਆ? ਹਾਂ, ਇਹ ਕਿਲਾ ਜਿਹੜਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਗੁਲਾਬ ਸਿੰਘ ਦੇ ਟਾਈਮ ਦਾ ਬਣਿਆ ਹੋਇਆ ਹੈ। ਤੋ ਕਿਉਂਕਿ ਅਸੀਂ ਪੜ੍ਹਿਆ ਹੈ ਕਿ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਖਨੂਰ ਵਿਖੇ ਉਹਨਾਂ ਨੂੰ ਤਿਲਕ ਦਿੱਤਾ ਸੀ, ਉਸ ਤੋਂ ਬਾਅਦ ਉਦੋਂ ਹੀ ਬਣਿਆ ਹੈ। ਕਿਉਂਕਿ ਜਦੋਂ ਕਸ਼ਮੀਰ ਫਤਿਹ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ, ਉਸ ਟਾਈਮ ਇਹ ਬਣਿਆ ਹੈ। ਤੋ ਜਾਪਦਾ ਹੈ ਕਿਉਂਕਿ ਉਹਦੇ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਦੱਸਦੀਆਂ ਹਨ ਕਿ ਉਹ ਉਸ ਸਮੇਂ ਦਾ ਬਣਿਆ ਹੋਇਆ, ਕਿਉਂਕਿ ਇਹ ਤਕਰੀਬਨ 7-8 ਕਨਾਲ ਦੇ ਰੇਡੀਅਸ ਵਿੱਚ ਹੈ ਔਰ ਇਹਦੇ 'ਤੇ ਪੌੜੀ ਇੱਕੋ ਜਿਹੜੀ ਹੈ ਉੱਪਰ ਚੁੱਕ ਲਈ ਜਾਏ ਤਾਂ ਉੱਥੇ ਆ ਕੋਈ ਵੀ ਚੜ੍ਹ ਨਹੀਂ ਸਕਦਾ। ਤੋ ਸਾਡੀ ਜਿਹੜੀ ਅੱਗੇ ਪਿੱਛੇ ਦੀ ਜਿਹੜੀ ਜਨਤਾ ਸੀ ਸਾਰੇ ਇੱਥੇ ਇਕੱਠੇ ਹੋ ਗਏ। ਈਵਨ ਇਕੱਠੇ ਹੀ ਨਹੀਂ ਹੋਏ, ਜਿਹੜੇ ਜੰਗਲਾਂ ਵਿੱਚ ਨੱਠ ਕੇ ਹਿੰਦੂ ਸਿੱਖ ਬੱਚੇ ਜੋ ਛਪੇ ਹੋਏ ਸਨ ਉਹਨਾਂ ਨੂੰ ਵੀ ਕੱਢ ਕੇ ਆ ਕੇ ਇੱਥੇ ਅਸੀਂ ਉਹਨਾਂ ਨੂੰ ਇਕੱਠਾ ਕੀਤਾ। ਔਰ ਤੁਸੀਂ ਪਰਮਾਨੈਂਟ ਰਹਿਣਾ ਸ਼ੁਰੂ ਹੋ ਗਏ ਜਾਂ ਖਾਲੀ ਰਾਤ ਨੂੰ ਰਹਿੰਦੇ ਸੀ? ਪਰਮਾਨੈਂਟ ਰਹਿਣਾ। ਖਾਣ ਪੀਣ ਦਾ ਜਿਹੜੇ ਸਿੰਘ ਸਨ ਇਹਨਾਂ ਨੇ ਆਪਣਾ ਰਾਸ਼ਨ ਪਾਣੀ ਸਾਰਾ ਦੇ ਦਿੱਤਾ। ਫਿਰ ਦਿਨੇ ਜਾ ਕੇ ਜੋ ਹੈ ਜਿੱਥੋਂ ਮਿਲਦਾ ਸੀ ਉਹ ਲੋਕ ਹੀ ਲੈ ਆਉਂਦੇ ਸਨ, ਕਿਉਂਕਿ ਦਿਨੇ ਲੈ ਆਉਣਾ ਔਰ ਸ਼ਾਮ ਨੂੰ ਖਾ ਲੈਣਾ। ਪਾਣੀ ਸਾਡੇ ਉੱਥੇ ਵਿੱਚ 5 ਟੈਂਕ ਹਨ। ਹਾਂ, ਪੱਥਰ ਦਾ ਰਾਗ ਵਿੱਚ ਬਣਿਆ ਹੋਇਆ 5 ਟੈਂਕ ਹਨ। ਉਹ ਪਹਿਲੇ ਹੀ ਅਸੀਂ ਭਰ ਲਏ ਸਨ ਕਿਲੇ ਵਿੱਚ, ਪਹਿਲੇ ਹੀ ਪਾਣੀ ਭਰ ਲਿਆ। ਫਿਰ ਉਹ ਇੱਕ ਐਸਾ ਸਿਸਟਮ ਸੀ ਕਿ ਦਿਨੇ ਉਹ ਕਿਸੇ ਐਸੇ ਮੁਸੀਬਤ ਦੇ ਟਾਈਮ ਵਾਸਤੇ ਰੱਖ ਲਿਆ ਸੀ, ਬਾਕੀ ਦਿਨੇ ਪਾਣੀ ਜਿਹੜਾ ਸੀ ਆਪਣੇ ਵਾਸਤੇ ਲੈ ਆਉਂਦੇ ਸਨ, ਕਿਉਂਕਿ ਸਿੰਘ ਮੋਰਚਾਬੰਦੀ ਵਿੱਚ ਬੈਠੇ ਰਹਿੰਦੇ ਸਨ ਤੇ ਪ੍ਰੋਟੈਕਸ਼ਨ ਵਾਸਤੇ, ਤੇ ਬਾਕੀ ਜੋ ਕੰਮ ਕਰਨ ਵਾਲੇ ਸੀ ਆਪਣਾ ਕਰਦੇ ਰਹਿੰਦੇ ਸੀ। ਜਦੋਂ ਹਮਲਾ ਹੋ ਜਾਂਦਾ ਸੀ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਹਮਲੇ ਨੂੰ ਰਿਪਲਸ ਕਰਦੇ ਸਨ। ਹੱਥੋਂ ਹੱਥ ਲੜਾਈ ਹੁੰਦੀ ਸੀ, ਤਲਵਾਰਾਂ ਦੇ ਨਾਲ, ਬਰਛਿਆਂ ਦੇ ਨਾਲ, ਕੱਚੀਆਂ ਬੰਦੂਕਾਂ ਦੇ ਨਾਲ। ਕਿੰਨਾ ਚਿਰ ਚੱਲਿਆ? ਕੋਈ 6 ਮਹੀਨੇ ਜੀ। ਕਿਲੇ ਵਿੱਚ ਕਿੰਨਾ ਚਿਰ ਕੈਦ ਰਹੇ ਹੋ? ਕਿੰਨਾ ਚਿਰ ਬੰਦ? ਇੱਥੇ ਕੋਈ 2 ਮਹੀਨੇ ਤੱਕ ਰਹੇ ਅਸੀਂ ਇੱਥੇ। ਹਾਂਜੀ, ਜਦੋਂ ਦੇਖਿਆ ਕਿ ਬ੍ਰਿਗੇਡੀਅਰ ਚਤਰ ਸਿੰਘ ਜੀ ਇੱਥੋਂ ਕੋਟਲੀ ਤੋਂ ਆਉਂਦੇ ਹੋਇਆ ਜੰਗੜ ਜ਼ਖਮੀ ਹੋ ਗਏ ਤੇ ਦੁਬਾਰਾ ਗਏ। ਜਾ ਕੇ ਇਹਨਾਂ ਨੇ ਕਿਹਾ, ਦੱਸੋ ਮਹਾਰਾਜ ਅਸੀਂ ਕੋਲ ਇਤਨੀ ਜਨਤਾ ਇਕੱਠੀ ਹੋ ਗਈ, ਰੋਜ਼ ਹਮਲੇ ਹੁੰਦੇ, ਅਸੀਂ ਕੀ ਕਰੀਏ? ਉਹ ਕਹਿਣ ਲੱਗੇ ਮੇਰੇ ਕੋਲ ਫੌਜ ਵੀ ਨਹੀਂ ਹੈ,
ਮੈਂ ਵੀ ਜੰਮੂ ਜਾ ਰਿਹਾ ਹਾਂ ਔਰ ਇੰਡੀਅਨ ਆਰਮੀ ਔਰ ਸਾਡੀ ਡਾਕ ਅਜੇ ਤੱਕ ਨੁਸ਼ਹਿਰੇ ਨਹੀਂ ਪਹੁੰਚੀ ਹੈ। ਤੋ ਸਾਡੀ ਤੁਸੀਂ ਜਾ ਕੇ ਨੁਸ਼ਹਿਰੇ ਪਤਾ ਕਰੋ। ਉਹਨਾਂ ਨੇ ਕੁਝ ਡਾਕ ਦਿੱਤੀ, ਸਾਡੇ ਬੰਦੇ ਜਾ ਕੇ ਨੁਸ਼ਹਿਰੇ ਚਲੇ ਗਏ, ਜਿਹੜੇ ਉਹ ਜਾ ਕੇ ਉੱਥੇ ਕੈਪਟਨ ਸ਼ਾਮ ਸਿੰਘ ਸੀ ਤੇ ਮੇਜਰ ਅੰਗਰੇਜ਼ ਸਿੰਘ, ਇਹਨਾਂ ਨੂੰ ਜਾ ਕੇ ਉਹਨਾਂ ਨੇ ਦਿੱਤਾ, ਡਾਕ ਰੂਪ ਦਿੱਤੀ ਔਰ ਉਹਨਾਂ ਨੇ ਦੱਸਿਆ ਕਿ ਸਾਡੀ ਜਿਹੜੀ ਹਿੰਦੁਸਤਾਨੀ ਫੌਜ ਜਿਹੜੀ ਆ ਰਹੀ ਹੈ। ਤੋ ਸਾਡੀ ਹਿੰਦੁਸਤਾਨ ਦੀ ਫੌਜ ਜਦੋਂ ਦਾ ਪਤਾ ਲੱਗਿਆ ਤੇ ਬੜੀਆਂ ਖੁਸ਼ੀਆਂ ਮਨਾਈਆਂ ਕਿ ਹੁਣ ਸਾਡੇ ਲਈ ਬੜੀ ਮਤਲਬ ਹੈ ਕਿ ਸਾਡੀ ਸਹੂਲੀਅਤ ਹੋ ਜਾਏਗੀ। ਫਿਰ ਉਸ ਤਰ੍ਹਾਂ ਹੋਇਆ ਕਿ ਜਦੋਂ ਸਾਡੀ ਫੌਜ ਝੰਗੜ ਵੀ ਪਹੁੰਚ ਗਈ, ਜਦੋਂ ਜ਼ਿਆਦਾ ਦਬਾਅ ਹੋ ਗਿਆ ਉਹਨਾਂ ਕਿਹਾ ਕਿ ਤੁਸੀਂ ਰਿਟਰੀਟ ਕਰਕੇ ਨੁਸ਼ਹਿਰੇ ਚਲੇ ਜਾਓ। ਅਸੀਂ ਇਹ ਇਲਾਕਾ ਛੱਡ ਕੇ ਅਸੀਂ ਝੰਗੜ ਚਲੇ ਗਏ, ਝੰਗੜ ਤੋਂ ਅਸੀਂ ਨੁਸ਼ਹਿਰੇ ਜਾ ਕੇ ਅਸੀਂ ਉੱਥੇ ਰਹਿਣਾ ਸ਼ੁਰੂ ਕਰਤਾ। ਫਿਰ ਦੁਬਾਰਾ ਇਹ ਇਲਾਕਾ ਉਹ ਜਿਹੜੇ ਲੋਕ ਜਿਹੜੇ ਇੱਥੇ ਫੌਜ ਆਪਣੀ ਬਣਾਈ ਹੋਈ ਸੀ ਉਹਨਾਂ ਨੂੰ ਐਜ਼ ਏ ਗਰੀਲਾ ਫੋਰਸ ਦੇ ਤੌਰ ਤੇ ਆਰਮੀ ਵਾਲੇ ਨੇ ਰੱਖਿਆ। ਉਹਨਾਂ ਨੇ ਸਪੋਰਟ ਕੀਤੀ ਆਰਮੀ ਦੀ, ਰਸਤੇ ਗਾਈਡ ਕੀਤਾ, ਸਮਾਨ ਜਿਹੜਾ ਸੀ ਉਹ ਪਿਕਟਾਂ ਤੇ ਲੈ ਜਾਣਾ। ਟਾਈ ਤੇ ਈਵਨ ਜੋ ਧਾਰ ਹੈ ਉਹ ਜਿੱਥੋਂ ਬੜਾ ਹਮਲਾ ਹੋਇਆ ਸੀ 6 ਫਰਵਰੀ ਨੂੰ, ਉੱਥੇ ਵੀ ਉਹ ਸਾਡੇ ਜਿਹੜੇ ਇੱਥੋਂ ਦੇ ਲੋਕ ਸ਼ਮੂਲੀਅਤ ਕਰ ਰਹੇ ਸਨ ਔਰ ਅੱਗੇ ਉਹਨਾਂ ਨੇ ਗਾਈਡ ਦਾ ਕੰਮ ਕਰਨਾ, ਨਾਲ ਸਮਾਨ ਜਿਹੜਾ ਸੀ ਉਹ ਅਮਨੀਸ਼ਨ, ਰਾਸ਼ਨ ਪਾਣੀ ਜੋ ਹੈ ਸਾਰਾ ਲੈ ਕੇ ਜਾਂਦੇ ਸਨ ਆਪਣੀਆਂ ਘੋੜਿਆਂ ਖੱਚਰਾਂ 'ਤੇ। ਉਸ ਤੋਂ ਬਾਅਦ ਇਹ ਜਿਹੜੀ ਸਾਡੇ ਇਹ ਗਰੀਲਾ ਫੋਰਸ ਬਣਾਈ ਸੀ ਇਹਨਾਂ ਨੂੰ 15/4/48 ਨੂੰ ਐਜ਼ ਏ ਮਲੇਸ਼ੀਆ ਦੇ ਤੌਰ ਤੇ ਖੜਾ ਕੀਤਾ। ਤੋ ਇਹ 16 ਮਾਰਚ ਨੂੰ ਦੁਬਾਰਾ ਕਿਲਾ ਲਿਆ ਔਰ ਉਹ ਜਿਹੜੀ ਗਰੀਲਾ ਫੋਰਸ ਬਣਾਈ ਸੀ ਉਹ ਫੋਰ ਫਰੰਟ ਤੇ ਸੀ ਔਰ ਜਿੰਨੇ ਟੋਲੀ ਕਮਾਂਡਰ ਸਨ ਸਾਰੇ ਉਹਨੂੰ ਜੇਸੀਓ ਬਣਾ ਦਿੱਤਾ ਸੀ। ਉਸ ਤੇ ਤੁਸੀਂ ਜਿਹੜੇ ਕਿਲੇ ਦੇ ਅੰਦਰ ਸੋ, ਹਾਂਜੀ ਤੁਸੀਂ ਜਿਹੜੇ ਕਿਲੇ ਦੇ ਅੰਦਰ ਸੋ, ਹਾਂਜੀ ਕਿਲੇ ਉੱਪਰ ਨਹੀਂ ਹਮਲਾ ਕੀਤਾ ਉਹਨਾਂ ਨੇ? ਪਠਾਨ ਬਹੁਤ ਕੀਤਾ ਨੇ, ਇੱਥੇ ਆਂਦੇ ਨੂੰ ਉੱਥੇ ਤੱਕ ਪਹੁੰਚਣ ਨਹੀਂ ਸੀ ਦਿੰਦੇ, ਅਸੀਂ ਸਾਡੇ ਸਿੰਘ ਪਹੁੰਚਣ ਨਹੀਂ ਸੀ ਦਿੰਦੇ, ਪਿੱਛੇ ਹੀ ਭਜਾ ਦਿੰਦੇ ਸਨ ਕਿਉਂਕਿ ਜਦੀ ਮੋਰਚਾਬੰਦੀ ਕਿਲੇ ਤੋਂ ਬਾਹਰ ਕੀਤੀ ਹੋਈ ਸੀ। ਅੱਛਾ, ਬਾਹਰ ਕੀਤੀ ਸੀ। ਹਾਂ, ਇਹ ਦੇਖ ਲਓ ਤੁਸੀਂ ਸਾਹਮਣੇ ਨਜ਼ਰ ਆ ਰਿਹਾ, ਇਸ ਤੋਂ ਪੂਰਾ ਪਾਕਿਸਤਾਨ ਨਜ਼ਰ ਆ ਰਿਹਾ। ਅੱਛਾ, ਇੱਥੇ ਮੋਰਚਾਬੰਦੀ ਤੁਹਾਡੇ ਸਿੰਘਾਂ ਨੇ ਕੀਤੀ? ਇੱਥੇ ਵੀ ਸੀ, ਇਸ ਪਿੱਛੇ ਵੀ ਸੀ, ਇਹ ਜਿੱਥੇ ਗੁਰਦੁਆਰਾ ਸਾਹਿਬ ਬਣੇ ਇੱਥੇ ਮੋਰਚਾਬੰਦੀ ਸੀ, ਥੱਲੇ ਸੀ ਮੋਰਚਾਬੰਦੀ ਔਰ ਉਸ ਤੋਂ ਬਾਅਦ ਸਾਰਾ ਨਜ਼ਰ ਆਉਂਦਾ, ਪੂਰਾ ਏਰੀਆ ਨਜ਼ਰ ਆਉਂਦਾ। ਜਿਹੜੇ ਤੁਹਾਡੇ ਸਿੰਘ ਸ਼ਹੀਦ ਹੋਏ ਹੁਕਮ ਸਿੰਘ ਵਗੈਰਾ, ਹਾਂ, ਇਹ ਕਿਹੜੀ ਜਗ੍ਹਾ ਹੋਏ? ਇਹ ਦੇਖੋ ਤੁਸੀਂ ਦੇਖ ਰਹੇ ਹੋ, ਇਹ ਜਿਹੜਾ ਨਾਲਾ ਜਾ ਰਿਹਾ ਇਸ ਤੋਂ ਵੈਲੀ ਅੱਗੇ ਹੈ। ਇਹ ਨਾਲਾ ਜਿਹੜਾ ਲਾਮ ਔਰ ਦਰਾਲ ਨੂੰ ਬਾਈਫਰਕੇਟ ਕਰਦਾ ਹੈ। ਇਸ ਨਾਲੇ ਦੇ ਨਾਲ ਆ ਕੇ ਉਹ ਪੱਕੀਆਂ ਬੰਦੂਕਾਂ ਵਾਲੇ ਛੱਪ ਗਏ ਸਨ, ਉਹ ਸਿਵਲੀਅਨ ਲੋਕ ਆ ਕੇ ਪਾਰ ਖੜੇ ਹੋ ਗਏ ਸਨ। 3 ਤਰਫੋਂ ਹਮਲਾ ਹੋ ਗਿਆ, 28 ਅਕਤੂਬਰ ਦੀ ਗੱਲ ਹੈ। ਤਿੰਨ ਸਾਈਡ ਤੋਂ ਹਮਲਾ ਕੀਤਾ। ਜਦੋਂ ਉਹਨੂੰ ਫੌਜੀ ਨੂੰ ਪਤਾ ਚੱਲ ਗਿਆ, ਸਾਡੇ ਫੌਜੀ ਜਾ ਰਹੇ ਸੀ, ਉਹਨੂੰ ਪਤਾ ਚੱਲ ਗਿਆ ਕਿ ਫੌਜ ਆ ਗਈ ਹੈ, ਉਸ ਟਾਈਮ ਉੱਤੇ ਕਿਲੇ ਵਿੱਚ ਜਥੇਦਾਰਾਂ ਨੂੰ ਦੱਸਿਆ ਔਰ ਜਥੇਦਾਰਾਂ ਨੇ ਸਾਰੇ ਨੂੰ ਡਿਪਿਊਟ ਆਪਣੇ ਜਥੇ ਮੋਰਚਾਬੰਦੀ ਵਿੱਚ ਜਾਣ ਦਾ ਹੁਕਮ ਦੇ ਦਿੱਤਾ। ਔਰ ਇਹਨਾਂ ਨੇ ਜਦੋਂ ਸਵੇਰੇ ਤਕਰੀਬਨ 8:30 ਪੌਣੇ 9 ਵਜੇ ਟਾਈਮ 'ਤੇ ਲੜਾਈ ਸਟਾਰਟ ਹੋਈ ਹੈ ਤੇ ਤਕਰੀਬਨ 3:30 ਵਜੇ ਖਤਮ ਹੋਈ, ਜਦੋਂ ਉਹਨਾਂ ਦਾ ਵੱਡਾ ਜਿਹੜਾ ਸੀ ਕਮਾਂਡਰ ਮਾਰਿਆ ਗਿਆ। ਪਹਿਲੀ ਸ਼ਹੀਦੀ ਸਰਦਾਰ ਹੁਕਮ ਸਿੰਘ ਨੇ ਪਾਈ, ਦੂਸਰੀ ਸ਼ਹੀਦੀ ਸਰਦਾਰ ਸੁਚਾਨ ਸਿੰਘ ਨੇ ਪਾਈ, ਤੀਸਰੀ ਸ਼ਹੀਦੀ ਸਰਦਾਰ ਸੋਹਣ ਸਿੰਘ ਨੇ, ਉਹ ਪਾਰ ਸਾਹਮਣੇ ਤੁਸੀਂ ਦੇਖ ਰਹੇ ਹੋ, ਉੱਥੇ ਪਾਈ। ਤੇ ਜੋ ਸਰਦਾਰ ਹੁਕਮ ਸਿੰਘ ਬਿਲਕੁਲ ਹੱਥੋਂ ਹੱਥ ਨੀਚ ਥੱਲੇ ਚਲੇ ਗਏ ਸਨ ਔਰ ਜਿਹੜੇ ਜਥੇਦਾਰ ਸਾਹਿਬ ਸਨ ਉਹ ਪਿੱਛੋਂ ਉਹਨਾਂ ਨੂੰ ਖਦੇੜ ਕੇ ਉਹਨਾਂ ਨੂੰ ਘੇਰਾ ਪਾਇਆ। ਜਥੇਦਾਰ ਰਾਮ ਸਿੰਘ ਨੇ ਉਹਨਾਂ ਨੇ ਘੇਰਾ ਪਾ ਲਿਆ। ਜਦੋਂ ਵਿੱਚ ਆ ਗਏ ਦੁਸ਼ਮਣ ਜਿਹੜੇ ਸਨ ਬੰਦੂਕਾਂ ਵਾਲੇ, ਤਾਂ ਉਹਨਾਂ ਨੂੰ ਘਬਰਾ ਗਏ ਔਰ ਜਦੋਂ ਦੇਖੇ ਜੋ ਕਮਾਂਡਰ ਸੀ ਉਸ ਨੂੰ ਸਰਦਾਰ ਰਣਜੀਤ ਸਿੰਘ ਜੀ ਕਰਾਲਿੰਗ ਕਰਦੇ ਜਾ ਕੇ ਉਸ ਨੂੰ ਗੋਲੀ ਸਿਰ ਦੇ ਵਿੱਚ ਮਾਰੀ। ਉਹ ਜਦੋਂ ਡਿੱਗ ਪਿਆ ਫਿਰ ਮੋਰਚਾ ਟੁੱਟ ਗਿਆ। ਅੱਛਾ, ਉਹ ਡਿੱਗਣ ਦੇ ਨਾਲ ਹੀ ਸਾਰੇ ਨੱਸ ਕੇ ਪਿੱਛੇ ਫਿਰ ਨੱਟ ਗਏ। ਫਿਰ ਸਾਡੇ ਹੱਥ ਰਫਲਾਂ ਵੀ ਕਾਫੀ ਆਈਆਂ, ਤਕਰੀਬਨ 200-250 ਬੰਦਾ ਜਿਹੜਾ ਉਹਨਾਂ ਦਾ। ਇਹ ਜਿਹੜੀ ਜੰਗ ਲੜੀ ਫੌਜ ਨੇ ਨਹੀਂ ਲੜੀ, ਤੁਸੀਂ ਲੜੀ? ਇਹ ਸਾਡੀ ਲੜੀ, ਫੌਜ ਨਹੀਂ, ਸਾਡੇ ਨਾਲ ਫੌਜ ਕੋਈ ਵੀ ਨਹੀਂ, ਸਿਰਫ ਐਕਸ ਸਰਵਿਸਮੈਨ ਲੋਕ ਸਨ ਜਿਹੜੇ ਟ੍ਰੇਨਡ ਕੀਤੇ ਹੋਏ ਜਵਾਨ ਸਨ। 17 ਤੋਂ 60 ਸਾਲ ਦੀ ਉਮਰ ਦੇ ਵਿੱਚ ਜਿਹੜੇ ਸਨ ਉਹਨਾਂ ਨੇ ਲੜਾਈ ਲੜੀ ਹੈ ਔਰ 5 ਲੋਕ ਜਿਹੜੇ ਸ਼ਹੀਦ ਹੋ ਗਏ ਇਹ ਉਸ ਦਿਨ ਸ਼ਹੀਦ ਹੋ। ਵੀ ਜਿਹੜੇ ਹੋਏ ਸਨ ਸਰਦਾਰ ਪੂਰਨ ਸਿੰਘ ਸੀ, ਸਰਦਾਰ ਗੋਪਾਲ ਸਿੰਘ ਸਨ, ਉਹ ਬਾਅਦ ਹੀ ਬੈਰੀ ਪਤਨ ਮਾਰੇ ਗਏ, ਗੋਲੀ ਕਢਾਉਣ ਵਾਸਤੇ ਜੰਮੂ ਜਾ ਰਹੇ ਸਨ, ਉਹ ਮਾਰੇ ਗਏ। ਉੱਥੇ ਉਹਨਾਂ ਦਾ ਬੇਟਾ ਵੀ ਨਾਲ ਮਾਰਿਆ ਗਿਆ। ਉਸ ਤੋਂ ਬਾਅਦ ਇੱਕ ਸੋਮਰਾਜ ਬਖਸ਼ੀ ਸੀ ਜੋ ਅਮਨੀਸ਼ਨ ਜਾ ਕੇ ਦਿੰਦਾ ਸੀ, ਉਹ ਵੀ ਉੱਥੇ ਉਹਨੂੰ ਗੋਲੀ ਲੱਗ ਗਈ। ਸਰਦਾਰ ਅਰਜਨ ਸਿੰਘ ਨੂੰ ਗੋਲੀ ਲੱਗ ਗਈ। ਇਹ ਜ਼ਖਮੀ ਹੋ ਗਏ, 5-6 ਜ਼ਖਮੀ ਹੋ ਗਏ।
ਜੇ 5 ਜਿਹੜੇ ਸਨ ਉਹ ਸ਼ਹੀਦ ਹੋ ਗਏ। ਇਹ 28 ਅਕਤੂਬਰ ਨੂੰ ਉਹਨਾਂ ਦਾ ਸੰਸਕਾਰ ਅਸੀਂ ਥੱਲੇ ਕੀਤਾ, ਜਿੱਥੇ ਯਾਦਗਾਰ ਬਣੀ ਹੋਈ ਮੈਂ ਦੱਸਣਾ ਤੁਹਾਨੂੰ। ਉਹਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਕਿ ਦੁਸ਼ਮਣ ਨੂੰ ਇਹ ਨਾ ਪਤਾ ਲੱਗੇ ਕਿ ਇਹਨਾਂ ਦੀ ਕੈਜੁਅਲਟੀ ਇੰਨੀ ਹੋ ਗਈ ਹੈ। ਇਸ ਕਰਕੇ ਉਹ ਰਾਤ ਨੂੰ, ਉਹ ਵੀ ਸ਼ਾਮ ਨੂੰ ਕੀਤਾ, ਸਾਰਿਆਂ ਦਾ ਇਕੱਠਾ ਇੱਕੋ ਜਗ੍ਹਾ ਤੇ ਸੰਸਕਾਰ ਕਰਕੇ ਉਹ ਅਸੀਂ ਕਿਲੇ ਵਿੱਚ ਚਲੇ ਗਏ। ਤੋਂ ਉਸ ਤੋਂ ਬਾਅਦ ਜਿਹੜੇ ਸਨ ਆਪਣਾ ਜੋ ਜਿੱਥੇ ਆਪਣੇ ਆਪਣੇ ਮੋਰਚਿਆਂ ਵਿੱਚ ਜਿਹੜੇ ਰਹਿੰਦੇ ਸਨ ਉਹ ਆਪਣੇ ਬਰਕਰਾਰ। ਤੁਹਾਡੇ ਪਿਤਾ ਜੀ ਵੀ ਇੱਥੇ ਸ਼ਹੀਦ ਹੋਏ? ਮੇਰੇ ਪਿਤਾ ਜੀ ਪਹਿਲੀ ਸ਼ਹੀਦੀ ਉਹਨਾਂ ਨੇ ਤਕਰੀਬਨ ਹੈਂਡ ਟੂ ਹੈਂਡ ਲੜ ਰਹੇ ਸਨ। ਤੁਹਾਡੇ ਸਾਹਮਣੇ ਹੋਈ? ਮੇਰੇ ਹੱਦ ਹੋਊਗੀ ਜੀ। ਅਸੀਂ ਇੱਥੇ, ਸਾਡਾ ਮਕਾਨ ਸੀ, ਅਸੀਂ ਇੱਥੇ ਸੀ, ਉਹ ਥੱਲੇ ਸ਼ਹੀਦ ਹੋ ਰਹੇ ਨੇ। ਅਸੀਂ ਦਿਨੇ ਆਉਂਦੇ ਸੀ, ਜਦੋਂ ਦੇਖਿਆ ਖੂਨ ਵਗਦਾ ਹੋਇਆ, ਅੱਗੋਂ ਉਹਨਾਂ ਨੂੰ ਗੋਲੀ ਲੱਗੀ ਸੀ, ਥੋੜਾ ਸੁਰਾਖ ਸੀ, ਪਿੱਛੋਂ ਤਕਰੀਬਨ 2-2.5 ਇੰਚ ਦਾ ਸੁਰਾਖ ਸੀ, ਜਿਹਦੇ ਵਿੱਚੋਂ ਮੀਟ ਦੇ ਟੁਕੜੇ ਨਜ਼ਰ ਆ ਰਹੇ ਸਨ। ਜਿਹੜੇ ਸਾਡੇ ਤਾਇਆ ਜੀ ਸਨ, ਜਥੇਦਾਰ ਰਾਮ ਸਿੰਘ, ਦੋਵੇਂ ਭਰਾ, ਸੱਕੇ ਭਰਾ, 10 ਮਿੰਟ ਦਾ ਫਰਕ ਹੋਇਆ ਸ਼ਹੀਦੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ, ਉਹ ਪਿੱਪਲਾਂ ਦੀ ਛਾਵੇਂ, ਉਹ ਤੀਆਂ ਦੇ ਮੇਲੇ, ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ। ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ, ਲਾ ਦੇਵਾਂ ਸਿਰ ਵਾਲਾ ਪਾਰ ਨੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। गगन जमामा पाजियो परियो निशाने का, गगन जमामा पाजियो परियो निशाने का, गगन जमामा पाजियो परियो निशाने का, खेत जमांड सूरमा, खेत जमांड सूरमा, अब जूजन को दो, खेत जमांड सूरमा, सूरमा सूरमा, अब जूजन को जाओ। गगन जमामा बाजियो, गगन जमामा बाजियो, परियो निशाने का, गगन जमामा बाजियो। सूरा सो पहचानिए, सूरा सो पहचानिए,
ढोलरा दीन के पुरजा पुरजा कटमर पुरजा पुरजा कटमर कबहू न छाड़े के पुरजा पुरजा कटमर 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 कबहू न छाड़े के गगन दमामा बाजो गगन दमामा बाजो पर्यो निशाने का गगन दमामा बाजो पहला मरण कबूल पहला मरण कबूल जीवन की छड़ियास हो सपना की रेणुका हो सपना की रेणुका तो आओ हमारे पास हो सपना की रेणुका 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 तो हमारे पास 1920 ਕੀ ਭਾਈ ਕਿਉਂਕਿ 1819 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਫਤਿਹ ਕੀਤਾ ਸੀ 1814 ਇੱਕ ਹਮਲਾ 1814 'ਚ 3 ਹਮਲੇ ਕੀਤੇ ਸੀ ਤੇ ਮਾਨ ਸਾਹਿਬ ਨੇ ਇੱਕ ਵਾਰੀ ਉਥੋਂ ਉਹਨਾਂ ਨੂੰ ਵਾਪਸ ਕੀਤਾ ਸੀ ਕਿ ਇਸ ਵਕਤ ਮਕਬੂਲ ਨਹੀਂ ਹੈ ਕਿਉਂਕਿ ਸਰਦੀਆਂ ਬਰਫ਼ ਪਈ ਹੈ ਤੁਹਾਡੀ ਫੌਜ ਕਾਮਯਾਬ ਨਹੀਂ ਫਿਰ ਉਹਨਾਂ ਨੇ ਗਰਮੀਆਂ ਦੇ ਵਿੱਚ 1819 ਦੇ ਵਿੱਚ ਕੀਤਾ ਫਤਿਹ ਕੀਤਾ ਸ਼ੇਰਗੜ੍ਹੀ ਫਤਿਹ ਕਰਕੇ ਹਾਂਜੀ ਹਾਂਜੀ ਉਥੋਂ ਜਿਹੜਾ ਨਾ ਸ਼ਾਹ ਸੁਜਾ ਨੂੰ ਮੁਕਤ ਕਰਾਇਆ ਹਾਂਜੀ ਹਾਂਜੀ ਔਰ ਕੋਹਿਨੂਰ ਹੀਰਾ ਪ੍ਰਾਪਤ ਕੀਤਾ ਬਿਲਕੁਲ ਨੂਰ ਜਾ ਕੇ ਉਹ ਥੜਕ ਗਈ ਸੀ ਦੈਨ ਨੂੰ ਹਾਂ ਉਹ ਜਿਹੜੀ ਦੇਖੋ ਉੱਥੇ ਵੀ ਕਿਆ ਕਮਾਲ ਬਜ਼ੁਰਗੋ ਸਾਡੇ ਹਾਂ। ਮਹਾਰਾਜਾ ਰਣਜੀਤ ਸਿੰਘ ਦੀ ਦੇਖੋ ਉਹ ਥੜਕ ਗਈ ਸੀ ਥੜਕ ਗਈ ਸੀ ਨਹੀਂ ਦੈਨ ਇਹ ਚਾਹੁੰਦਾ ਤੇ ਖਾ ਸਕਦਾ ਸੀ ਹਾਂਜੀ ਪਰ ਇਹਨੇ ਉਸ ਵਕਤ ਪੈਸੇ ਪੇੜ ਕੀਤੇ ਨੇ ਹਾਂ ਬਿਲਕੁਲ ਬਿਲਕੁਲ ਕਿਸੇ ਨੇ ਕਿਹਾ ਕਿ ਕਿਸੇ ਮੁਸਲਮਾਨ ਨੇ ਕਿਹਾ ਸੀ ਨਹੀਂ ਇਹ ਦੇ ਉਹਨਾਂ ਨੂੰ ਜਿਨ੍ਹਾਂ ਤੇਰਾ ਪਤੀ ਕੱਢ ਕੇ ਲਿਆਂਦਾ ਕਿਆ ਹਰੀ ਪਰਬਤ ਕਿਲੇ ਦੇ ਵਿੱਚ ਕੈਦ ਸੀ ਕੈਦ ਸੀ ਉਥੋਂ ਕੱਢ ਕੇ ਲਿਆਂਦਾ ਇਹ ਹਿਸਟਰੀ ਅਸਾਂ ਸਭ ਪਤਾ ਜੀ ਅੱਛਾ ਇਹ ਅੱਗੇ ਦੇਖੋ ਨਾ ਉਹ ਨਜ਼ਰ ਆ ਰਿਹਾ ਨਾ ਉਹ ਮਕਾਨ ਪਾਰ ਉਹ ਜਿੱਥੇ ਬੁੱਤੀ ਜੀ ਨਜ਼ਰ ਆਉਂਦੀ ਹੈ ਜੀ ਜੀ ਉਹ ਪਿੱਛੇ ਜੀ ਜੀ ਉੱਥੇ ਪ੍ਰੀਤਮ ਸਿੰਘ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਦੌੜ ਕੇ ਚਲੋ ਉਹ ਨਹੀਂ ਦੇਖ ਰਹੇ ਉਹ ਇਹ ਮਕਾਨ ਇਹ ਪਾਰ ਪਿੱਛੇ ਆਪਣੇ ਚੀੜਾਂ ਦੇ ਦਰਖਤ ਉਹਨਾਂ ਦੇ ਵਿੱਚ ਹਨ ਹਾਂ ਠੀਕ ਇਹ ਉਹਨਾਂ ਦੀ ਯਾਦ ਬਣਾਈ ਇਹ ਘਰ ਕਿ ਉੱਥੋਂ ਆ ਕੇ ਕੈਮੋਫਲਾਈ ਕੀਤੀ ਸੰਠਾ ਬਣ ਕੇ ਸਿਰ ਦੇ ਨਾਲ ਵਿੱਚ ਆ ਕੇ ਜਿੰਨੇ ਰੌਂਦ ਜਿੰਨੇ ਫਾਇਰ ਕਰਦੇ ਰਹੇ ਮਾਰਦੇ ਰਹੇ ਜਦੋਂ ਅਮਨੀਸ਼ਨ ਖਤਮ ਹੋ ਗਿਆ ਰਾਈਫਲ ਤੋੜੀ ਉਹਨਾਂ ਦੇ ਹੱਥ ਨਾਲ ਦਿੱਤੀ ਤੇ ਉਹਨਾਂ ਨੇ ਗੋਲੀ ਮਾਰੀ ਕਚਰਾ ਕੱਟਿਆ ਉਹਨਾਂ ਨੇ ਇਹ ਬਾਰਕਾਂ ਨੇ ਸਾਰੀਆਂ ਹਾਂਜੀ ਇਹ ਬਾਥਰੂਮ ਇਹ ਬਣਾਏ ਸੀ ਲੈਟਰਿਨ ਇਹ ਥੱਲੇ ਫੱਟੇ ਲਗਾ ਕੇ ਅੱਛੇ ਕਰਕੇ ਵੱਡੀ ਵੱਡੀ ਤੇ ਇੱਥੇ ਲੋਕ ਪਾਸ ਕਿਤੇ ਤਾਂ ਕਿ ਅੰਦਰ ਗੰਦ ਨਾ ਪਵੇ ਕੀ ਬਾਤ ਦੇਖੋ ਅੱਛਾ ਇਹ ਬਾਰਕਾਂ ਵਿੱਚ ਇਹ ਬਾਰਕਾਂ ਆਮ ਪਬਲਿਕ ਇੱਥੇ ਸੀ ਪਈ ਪਬਲਿਕ ਕਿਤੇ ਬਾਹਰ ਪਿੱਛੇ ਵਿੱਚ ਰਹਿਣਾ ਇੱਥੇ ਬਾਰਕਾਂ 'ਚ ਕੋਈ ਡਿਸਯੂਜ਼ ਸੀ ਨਾ ਕੋਈ ਨਹੀਂ ਸੀ ਨਾ ਫੌਜ ਥੋੜੀ ਸੀ ਕੋਈ ਸਟੇਟ ਮਹਾਰਾਜੇ ਦੀ ਫੌਜ ਕਿਧਰੇ ਪਹਿਲੇ ਰਹੀ ਹੈ ਅੱਛਾ ਫਿਰ ਬਾਅਦ ਚਲੀ ਗਈ ਅੱਛਾ ਆਮ ਤੁਸੀਂ ਸਾਰੇ ਇੱਥੇ ਸੌਂਦੇ ਰਹੇ ਇਹ ਖਾਲੀ ਸੀ ਇਹ ਸਾਰੇ ਪਾਪਾ ਜੀ ਤੁਹਾਨੂੰ ਅੱਜ ਚੇਤਾ ਆਉਂਦਾ ਹੁਣ ਵੀ ਤੁਸੀਂ ਕਿਹੜੇ ਨੁੱਕਰ 'ਚ ਪਏ ਦੇ ਹਾਂ ਬਸ ਇਸ ਫਿਰ ਲੋਕ ਇੱਥੇ ਖਾਲੀ ਜਗ੍ਹਾ 'ਚ ਪਏ ਸਿਰਫ ਸੇਫਟੀ ਸੋਣਾ ਇੱਥੇ ਇਹ ਜਗ੍ਹਾ ਅੱਛਾ ਇਸ ਤਰ੍ਹਾਂ ਲੇਕਿਨ ਉਦੋਂ ਇਹ ਜੰਗਲ ਜਾੜ ਨਹੀਂ ਸੀ ਨਾ ਅੱਜ ਜੰਗਲ ਜਾੜ ਹੈ ਇਹਦੇ 'ਚ ਉਦੋਂ ਕੁਝ ਨਹੀਂ ਉਦੋਂ ਅੱਛਾ ਤੁਸੀਂ ਕਿਹੜੀ ਨੁੱਕਰ 'ਚ ਹੁੰਦੇ ਸੋ ਤੁਹਾਡਾ ਕਿਹੜੀ ਜਗ੍ਹਾ ਹੁੰਦਾ ਸੀ ਅਸੀਂ ਇੱਥੇ ਮਕਾਨ ਨਹੀਂ ਜਾਂਦੇ ਇੱਥੇ ਕਰਦੇ ਸਾਡੇ ਨਾਲ ਇਸ ਮਕਾਨ ਨਹੀਂ ਜਾਂਦੇ ਸੀ ਇੱਥੇ ਸਾਡੇ ਨਾਲ ਵਕੀਲ ਅਜੀਤ ਸਿੰਘ ਦੇ ਪਰਿਵਾਰ ਸੀ ਇਸ ਦਿਨ ਅੱਛਾ ਸਾਡੇ ਤਾਇਆ ਜੀ ਇੱਥੇ ਰਹਿੰਦੇ ਸਨ ਸਰੂਪ ਵੀ ਲੈ ਕੇ ਆਏ ਸੁਮਾ ਹਾਂ ਇੱਥੇ ਨਾਲ ਕੁਝ ਸਰੂਪ ਸੰਸਕਾਰ ਕਰ ਦਿੱਤੇ ਸਨ ਜਾਣ ਦੇ ਟਾਈਮ ਕਿਉਂਕਿ ਚੁੱਕ ਕੇ ਕਿਤੇ ਲੈ ਜਾਂਦੇ ਇੱਕ ਜਿਹੜੇ ਸਨ ਉਹ ਇੱਥੇ ਸਨ ਅੱਛਾ ਜਿਸ ਦਿਨ ਵੱਡਾ ਹਮਲਾ ਹੋਇਆ ਭਾਈ ਠਾਕਰ ਸਿੰਘ ਭਾਈ ਬਲਵੰਤ ਸਿੰਘ ਤੁਸੀਂ ਨਸ਼ਹਿਰੇ ਵਾਲੇ ਨੇ ਬਲਵੰਤ ਸਿੰਘ ਨਸ਼ਹਿਰੇ ਰਹਿ ਰਹੇ ਨੇ ਉਹ ਖੂਹੀ ਰੱਟੇ ਦੇ ਰਹਿਣ ਵਾਲੇ ਸਨ ਉਹ ਪਾਠ ਦੇ ਬੈਠੇ ਸੀ ਪੂਰਾ ਦਿਨ ਪਾਠ ਦੇ ਬੈਠੇ ਰਹੇ ਪੂਰਾ ਦਿਨ ਉਹਨਾਂ ਨੇ ਗੋਲੀ ਵੀ ਆ ਕੇ ਡਿੱਗੀ ਕਿਸੇ ਵਿੱਚ ਸਿਰ ਦੇ ਵਿੱਚ ਉਹਨਾਂ ਇਸ ਤਰ੍ਹਾਂ ਕੀਤੀ ਫਿਰ ਜਦੋਂ ਦੇਖਿਆ ਕਿ ਹਨੇਰਾ ਪੈ ਗਿਆ ਹੁਣ ਅਸੰਭਵ ਨਹੀਂ ਹੈ ਨਹੀਂ ਆ ਸਿੰਘ ਵਾਪਸ ਆਏ ਪਰਤੇ ਬਦਲੀ ਕਰਨ ਵਾਲੇ ਫਿਰ ਉਦੋਂ ਖੰਡਤਾ ਹੋ ਗਿਆ ਸਰਦਾਰ ਬਲਵੰਤ ਸਿੰਘ ਅੱਛਾ ਇਹ ਸਾਡਾ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਇੱਥੇ
ਇਹ ਛੱਤ ਦਿੱਤੇ ਸਨ, ਮਕਾਨ ਸ਼ਿਕਾਨ ਸਾਰੇ ਛੱਤੇ ਸਨ, ਕਿਉਂਕਿ ਰਹਿਣ ਵਾਸਤੇ ਲੋਕਾਂ ਦੇ ਸੀ। ਇਹ ਗੁਰਦੁਆਰਾ ਸਾਹਿਬ ਸੀ, ਸਾਰੇ ਇਹ ਗੁਰਦੁਆਰਾ ਸਾਹਿਬ ਸੀ। ਇਹ ਗੁਰਦੁਆਰਾ ਸੀ, ਇੱਥੇ ਤੱਕ ਸੀ, ਪਿੱਛੇ ਇੱਥੇ ਤੱਕ ਸਾਰੇ ਲੈ ਗਏ ਪੱਥਰ ਪੁੱਥਰ ਸੁੱਟ ਇਹ ਗਏ। ਪਾਣੀ ਦੇਖੋ ਦਾ- ਟੈਂਕਰ ਅੱਛਾ। ਇੱਕ ਆ, ਦੂਸਰਾ ਇਹ ਆ, ਤਿੰਨ ਉੱਪਰ ਆ। ਅੱਛਾ ਬਾਬਾ ਜੀ, ਇਸ ਟੈਂਕ ਵਿੱਚ ਪਾਣੀ ਕਿੱਥੋਂ ਲਿਆਉਂਦੇ ਸੀ? ਥੱਲੋਂ ਚੁੱਕ ਕੇ? ਉੱਥੋਂ ਬਾਹਰੋਂ ਲਿਆਉਣਾ, ਵੈਸੇ ਬਰਸਾਤ ਦਾ ਰਹਿੰਦਾ ਹੀ ਹੈ, ਤੇ ਅਸੀਂ ਪਹਿਲਾਂ ਹੀ ਭਰ ਦਿੱਤੇ ਸਨ 3 ਮਹੀਨੇ। ਇਹਦੇ 'ਚ ਕਿੰਨਾ ਪਾਣੀ ਆਉਂਦਾ ਸੀ? ਇਹਨਾਂ 'ਚ ਤਕਰੀਬਨ 8 ਫੁੱਟ ਥੱਲੇ ਤੇ ਗਹਿਰਾ ਹੈ, ਤੇ 12 ਫੁੱਟ ਜਿਹੜਾ ਹੈ, 12-13 ਫੁੱਟ ਜਿਹੜਾ ਹੈ ਚੌੜਾ ਹੈ। ਥੱਲੋਂ ਜਿੱਥੋਂ ਅਸੀਂ ਆਪ ਪੈਦਲ ਚੜ ਕੇ ਆਣਾ ਔਖਾ ਹੋ ਗਿਆ, ਤੁਸੀਂ ਪਾਣੀ ਲੈ ਕੇ ਆਏ? ਪਾਣੀ ਲੈ ਕੇ ਅੰਦਰ। ਅੱਛਾ, ਨਹਾਣਾ ਧੋਣਾ ਵੀ ਇੱਥੇ ਸੀ? ਨਹੀਂ ਨਹਾਣਾ ਤਾਂ ਉਹਨੇ ਬਾਹਰ ਜਾ ਕੇ ਦੰਦਨ ਮਜਬੂਰਨ ਸੀ ਕਿ ਕਿਸੇ ਟਾਈਮ ਹਮਲਾ ਹੋ ਜਾਏ, ਘੇਰੇ 'ਚ ਆ ਜਾਏ, ਜਿਸ ਤਰ੍ਹਾਂ ਸਿੰਘ ਘੇਰੇ 'ਚ ਆ ਗਏ ਸਨ ਰਾਸ਼ਨ ਬੰਦੇ ਨਾ ਆਪਣਾ ਗੜੀ 'ਚ, ਚਮਕੌਰ ਗੜੀ। ਚਮਕੌਰ ਦੀ ਗੜੀ ਹੈ ਸੀ ਨਾ ਇਸ ਤਰ੍ਹਾਂ। ਅੱਛਾ, ਤੁਸੀਂ ਪ੍ਰੀ ਪਲਾਨ ਪਹਿਲਾਂ ਬਣਾ ਲਿਆ ਸੀ? ਅਨੰਦਪੁਰ ਸਾਹਿਬ ਹਾਂ, ਘੇਰੇ 'ਚ 8 ਮਹੀਨੇ ਰਹੇ ਸੀ। ਇਸ ਕਰਕੇ ਅਸਾਂ ਵੀ ਇਹ ਸੋਚਿਆ, ਬਜ਼ੁਰਗਾਂ ਨੇ, ਬਜ਼ੁਰਗ ਬਹੁਤ ਸਮਝਦਾਰ ਸਨ, ਉਹਨਾਂ ਨੇ ਕਿਹਾ ਕਿ ਇਹ ਪਾਣੀ ਸੇ ਬਚਾ ਰੱਖੋ। ਹੁੰਦਾ ਸੀ ਜਿਹੜੇ ਤੋਂ ਨਾ ਜਾਇਆ ਜਾਏ ਉਹਨਾਂ ਨੂੰ ਦੇ ਦਿੰਦੇ। ਚੰਨਈ ਤੇ ਸਟਾਕ ਸੀ ਬਸ ਪੀਣ ਵਾਸਤੇ। ਪੀਣ ਇਹਦੇ 'ਚ ਬਬੂਰੀ ਹੁੰਦੀ ਹੈ ਇੱਕ, ਅੱਛਾ। ਉੱਪਰ ਹੈ, ਤੁਹਾਨੂੰ ਦੱਸਾਂਗੇ। ਹਾਂ। ਉਹ ਪਾਣੀ ਬਿਲਕੁਲ ਸਾਫ਼ ਰੱਖਦੀ ਹੈ, ਉਹ ਪਾਣੀ ਗੰਦਾ ਨਹੀਂ ਹੋਣ ਦਿੰਦੀ। ਕੁੱਤਾ ਵੜ ਗਿਆ ਵਿੱਚ, ਕੁੱਤਾ ਜਦੋਂ ਵੜਿਆ ਤੇ ਸੰਤਰੀ ਉਹ ਆਪਣਾ ਜਿਹੜਾ ਸੀ ਲਾਂਗਰੀ ਉੱਠਿਆ, ਦੇਖਣ ਲੱਗਾ, ਕੁੱਤੇ ਨੇ ਚਰਚਾ ਇਸ ਤਰ੍ਹਾਂ ਕੀਤਾ ਤੇ ਉਹ ਤੇਜ ਕਰ ਥੱਲੇ ਸੀ। ਦੌੜਦਾ ਜਾਈ ਤੇ ਜਾ ਰਹੀ ਜਨਤਾ ਸੀ ਜਾਂ ਛੁਪੀ ਹੋਈ ਸੀ ਅਟੈਕ ਕਰਨੇ, ਪਾਕਿਸਤਾਨੀ ਅਟੈਕ ਕਰਨ ਨੂੰ ਬੈਠੇ। ਜਦੋਂ ਦੇਖਿਆ ਕਿ ਪਤਾ ਨਹੀਂ ਬੰਬ ਆ ਗਿਆ, ਕਿਆ ਆ ਗਿਆ, ਦੇਸ਼ ਦਾ ਥੜ ਆਵਾਜ਼ ਜਿਹੜਾ ਆਈ ਤੇ ਉਹ ਡੱਠੇ। ਇਹ ਸੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਕਰਦਾ ਸੀ, ਤੇ ਉਸ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਕਿਲਾ ਬਣਾ ਕੇ, ਕਿਉਂਕਿ ਜਦੋਂ ਕਸ਼ਮੀਰ ਦੇ ਉੱਤੇ ਵਫਾ ਬੇਗਮ ਦੇ ਕਹਿਣ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਪਤੀ ਨੂੰ ਛੁਡਾਉਣ ਦੇ ਵਾਸਤੇ ਹਮਲਾ ਕੀਤਾ, ਤੇ ਉਸ ਵਕਤ ਜਿਹੜਾ ਉਹਨਾਂ ਸਮਿਆਂ 'ਚੋਂ ਜਰਨੈਲੀ ਸੜਕ ਜਿਹੜੀ ਸੀ, ਕਿਉਂਕਿ ਇਸ ਤੋਂ ਅਗਲਾ ਇਲਾਕਾ ਜਿਹੜਾ ਹੈ, ਉਹ ਅਗਲਾ ਇਲਾਕਾ ਇਹਦੇ ਨਾਲ ਜਿਹੜਾ ਲੱਗਦਾ ਮੀਰਪੁਰ, ਤੇ ਮੀਰਪੁਰ ਦੇ ਪਿਛਲੇ ਪਾਸੇ ਜਿਹੜਾ ਇਲਾਕਾ ਹੈ, ਉਹ ਇਲਾਕਾ ਜਿਹੜਾ ਹੈ ਉਹ ਪੰਜਾਬ ਦੇ ਰਾਵਲਪਿੰਡੀ ਨਾਲ। ਇਸ ਕਰਕੇ ਕਸ਼ਮੀਰ ਦੇ ਵਿੱਚ ਜਾਣ ਦਾ ਉਸ ਵਕਤ ਰਾਹ ਹੀ ਸੀ। ਇੱਥੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀ ਉਹ ਹਮਲਾ ਕੀਤਾ, ਔਰ ਜਿੱਥੇ ਜਿੱਥੇ ਵੀ ਇਹ ਫੌਜ ਜਾਂਦੀ ਸੀ ਆਪਣਾ ਰਹਿਣ ਵਸੀਰਾ ਕਰਨ ਵਾਸਤੇ, ਔਰ ਲੰਬਾ ਸਮਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਵੀ ਇੱਥੇ ਰਿਹਾ, ਉਹਨਾਂ ਦੌਰਾਨ ਉਹਨਾਂ ਨੇ ਇਹ ਕਿਲਾ ਜਿਹੜਾ ਸੀ ਬਣਵਾਇਆ। ਔਰ ਇਸ ਕਿਲੇ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਪਹਿਲਾਂ ਤੋਂ ਜਿਹੜੀ ਬਣਾ ਗਈ ਹੈ। ਆਹ ਦੇਖੋ, ਜੰਗੀ ਕੈਦੀ ਕੈਦ ਕਰਨ ਵਾਸਤੇ ਇਹ ਉਹਨਾਂ ਦੇ ਜਿਹੜੇ ਸੀ ਕੈਦਖਾਨਾ ਸੀ। ਇਸ ਤੋਂ ਇਲਾਵਾ ਤੁਸੀਂ ਇੱਧਰ ਦਾ ਦ੍ਰਿਸ਼ ਦੇਖੋ, ਇਹ ਸਾਰੇ ਦਾ ਸਾਰਾ ਇਲਾਕਾ ਦੂਰ ਪਾਰ ਸਾਹਮਣੇ ਤੁਸੀਂ ਦੇਖੋ, ਉਹ ਸਾਹਮਣੇ ਜਿਹੜੇ ਪਾਰ ਛੋਟੇ ਛੋਟੇ ਘਰ ਨਜ਼ਰ ਆਉਂਦੇ ਨੇ ਉੱਤੇ, ਇਹ ਸਾਰੇ ਜਿਹੜੇ ਨੇ ਇਸ ਵਕਤ ਪਾਕਿਸਤਾਨ ਦੇ ਮੀਰਪੁਰ ਦੇ ਘਰ ਨੇ। ਇਹਦੇ ਨਾਲ ਨਾਲ ਜਿਹੜੇ ਸੀ ਇਹ ਥੱਲੇ ਇੰਨੀ ਡੂੰਘਾਈ ਦੇ ਵਿੱਚੋਂ ਕੋਈ ਵੀ ਹਥਿਆਰ ਜਿਹੜਾ ਉਹਦੀ ਗੋਲੀ ਇੱਥੇ ਉਹਨਾਂ ਸਮਿਆਂ 'ਚ ਪਹੁੰਚਣੀ, ਅੱਜ ਦੇ ਸਮੇਂ 'ਚ ਆਧੁਨਿਕ ਹਥਿਆਰ ਆਏ ਨੇ, ਉਹਨਾਂ ਸਮਿਆਂ ਦੇ ਵਿੱਚ ਇੱਥੇ ਪਹੁੰਚਣੀ ਬੜੀ ਔਖੀ ਸੀ। ਔਰ ਨਾਲ ਹੀ ਨਾਲ ਸਾਡੇ ਬਜ਼ੁਰਗਾਂ ਦੀ ਜਿਹੜੀ ਸਟ੍ਰੈਟਜੀ ਕਿਆ ਕਮਾਲ ਦੀ ਆ, ਤੁਸੀਂ ਦੇਖੋ ਜਿਹੜੀਆਂ ਉਸ ਵਕਤ ਦੇ ਬੰਕਰ ਬਣਾਏ ਨੇ, ਆ ਬੰਕਰ ਨੇ, ਇਹ ਪਲਾਨ ਇਸ ਢੰਗ ਨਾਲ ਕੀਤੇ ਗਏ ਨੇ ਵੀ ਅੰਦਰੋਂ ਕੇਵਲ ਬੈਰਲ ਬਾਹਰ ਕੱਢੀ ਜਾਵੇ, ਔਰ ਜੇ ਕੋਈ ਬਾਈ ਚਾਂਸ ਇਹਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰੇ ਤੇ ਉਹਨੂੰ ਇੱਥੋਂ ਜਿਹੜਾ ਸੀ ਮਾਰ ਮੁਕਾ ਦਿੱਤਾ ਜਾਵੇ। ਔਰ ਇਹੀ ਸਾਡੇ ਬਜ਼ੁਰਗਾਂ ਦੀ ਬਹਾਦਰੀ ਸੀ, ਜਿਸ ਨੇ ਇਸ ਕਿਲੇ ਦੇ ਵਿੱਚ ਲੰਬਾ ਸਮਾਂ ਸਾਡੇ ਬਜ਼ੁਰਗ ਸਾਰਾ ਇਲਾਕਾ ਜਿਹੜਾ ਸੀ ਇਕੱਠਾ ਹੋ ਕੇ ਇਹਦੇ ਅੰਦਰ ਆ ਗਿਆ। ਔਰ ਉਹ ਸਾਹਮਣੇ ਜਿਹੜੇ ਨੇ ਇੱਥੇ ਜਥੇਦਾਰ ਰਾਮ ਸਿੰਘ ਜਿਹੜੇ ਨੇ, ਉਹਨਾਂ ਨੇ ਆਪਣਾ ਮੋਰਚਾ ਜਿਹੜਾ ਸੀ ਉਹ ਲਾ ਲਿਆ। ਉਹਦੇ ਨਾਲ ਹੀ ਨਾਲ ਜਿਹੜੇ ਸੀ ਇਹ ਪਾਰਲੇ ਪਾਸੇ ਜਥੇਦਾਰ ਹੁਕਮ ਸਿੰਘ ਦਾ ਮੋਰਚਾ ਸੀ। ਇਹਨਾਂ ਬਜ਼ੁਰਗਾਂ ਨੇ ਆਪਣੀ ਜਿਹੜੀ ਸੀ ਉਹ ਇੱਥੇ ਸ਼ਹਾਦਤ ਜਿਹੜੀ ਸੀ ਉਹ ਦੇ ਦਿੱਤੀ, ਪਰ ਇਸ ਕਿਲੇ ਵਾਲੇ ਪਾਸੇ ਜਿਹੜਾ ਸੀ ਨਹੀਂ ਆਉਣ ਦਿੱਤਾ। ਔਰ ਇਸੇ ਕਿਲੇ ਦੇ ਵਿੱਚ ਜਿਹੜੇ ਨੇ ਉਹ ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਸਾਰੇ ਰਹੇ। ਇੱਥੋਂ ਤੱਕ ਬਾਕਮਾਲ ਦੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਪਾਵਨ ਸਰੂਪ ਸੀ ਉਹਨਾਂ ਦੀ ਨਿਰਾਦਰੀ ਹੋਵੇਗੀ, ਇਸ ਕਰਕੇ ਇੱਕ ਸਰੂਪ ਤੇ ਉਹ ਸੀਸ ਦੇ ਉੱਤੇ ਇੱਥੇ ਲੈ ਕੇ ਆਏ, ਤੇ ਬਾਕੀ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਹੋ ਸਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਉਹਨਾਂ ਨੂੰ ਇਕੱਤਰ ਕਰਕੇ ਉਹਨਾਂ ਨੇ ਉਸ ਵਕਤ ਜਿਹੜਾ ਸੀ ਉਹ ਅਰਦਾਸ ਕਰਕੇ ਸੰਸਕਾਰ ਕਰ ਦਿੱਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਰ ਘੋਰ ਅਪਰਾਧ ਰਹੇ ਹਾਂ, ਪਰ ਕੋਈ ਗੈਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਜਿਹੜੀ ਨਿਰਾਦਰੀ ਕਰੇਗਾ, ਅਸੀਂ ਪ੍ਰਚਲਿਤ ਰੀਤੀ ਅਨੁਸਾਰ ਜਿਹੜਾ ਸੀ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਸੰਸਕਾਰ ਕੀਤੇ ਨੇ। ਸੋ ਇਹ ਉਹ ਜਗ੍ਹਾ ਸਾਧ ਸੰਗਤ ਜਿਹੜਾ ਕਿਲ੍ਹਾ ਦਰਹਾਲ, ਜਿਸ ਕਿਲ੍ਹੇ ਦਰਹਾਲ ਦੇ ਵਿੱਚ ਸਾਡਿਆਂ ਬਜ਼ੁਰਗਾਂ ਨੇ ਸੱਚਮੁੱਚ ਇੱਕ ਬਹੁਤ ਵੱਡਾ ਹਿੰਦੁਸਤਾਨ ਨੂੰ ਤੋਹਫਾ ਦਿੱਤਾ। ਹਜ਼ਾਰਾਂ ਵਰਗ ਮੀਲ ਜਿਹੜਾ ਇਹ ਇਲਾਕਾ ਹੈ, ਇਹ ਇਲਾਕਾ ਅੱਜ ਵੀ
ਹਿੰਦੁਸਤਾਨ ਦਾ ਹਿੱਸਾ ਨਾ ਹੁੰਦਾ, ਜੇ ਕਿਤੇ ਸਾਡੇ ਬਜ਼ੁਰਗ ਉਸ ਵੇਲੇ ਇੱਥੇ ਇੰਨੀਆਂ ਕੁਰਬਾਨੀਆਂ ਨਾ ਕਰਦੇ। ਲੰਬਾ ਸਮਾਂ ਇੱਥੇ ਕੁਰਬਾਨੀਆਂ ਕਰਨ ਤੋਂ ਬਾਅਦ ਸਾਡੇ ਬਜ਼ੁਰਗ ਜਿਹੜੇ ਨੇ ਉਹ ਇੱਥੇ ਕਿਲੇ 'ਚ ਡਟ ਕੇ ਰਹੇ। ਔਰ ਆਹ देखो जी, झूल ते निशान रहे पंथ महाराज के। किसी कवि की लिखत है, शहीदों की चिताओं पर लगेंगे हर वर्ष मेले। अज 74 साल बाद भी इत्थे निशान इस किले दे विच आ तुसीं देख सकते हो कि अजे भी जिहड़ा निशान साहब इस गल की अगवाई भरदा है कि कोई समा सी इत्थे गुरु नानक साहब महाराज जी की वो खालसाई फौज शेरे पंजाब महाराजा रणजीत सिंह ਉਹਦੀ ਕਿਆਦਤ ਦੇ ਵਿੱਚ ਜਿਹੜੀ ਸੀ ਉਹ ਇੱਥੇ ਸਿੱਖ ਫੌਜ ਕਿਸੇ ਵੇਲੇ ਜਿਹੜੀ ਸੀ ਇਸ ਕਿਲੇ ਦੀ ਹਿੱਕ ਤੇ ਬੈਠ ਕੇ ਇਸ ਪੂਰੇ ਇਲਾਕੇ ਦੇ ਉੱਤੇ ਰਾਜ ਕਰਿਆ ਕਰਦੀ ਸੀ। ਔਰ ਠੀਕ ਸਮੇਂ ਕੁਝ ਤੋਂ ਬਾਅਦ ਇੱਕ ਵਾਰ ਉਹੀ ਇਤਿਹਾਸ ਦੁਆਰਾ ਦੁਹਰਾਇਆ ਗਿਆ। 1947 ਦੇ ਵਿੱਚ ਫਿਰ ਇੱਥੇ ਖਾਲਸਾਈ ਫੌਜ ਨੇ ਇੱਕ ਬਹੁਤ ਵੱਡੀ ਜੰਗ ਲੜੀ, ਜਿਸ ਜੰਗ ਦੀ ਅਗਵਾਈ ਇਹ ਕਿਲਾ ਸਾਧ ਸੰਗਤ ਜਿਹਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ। ਸੋਚ ਰਹੇ ਨੇ ਸ਼ਾਇਦ ਕੋਈ ਸਮਾਂ ਸੀ ਇੱਥੇ ਪਿਤਾ ਜੀ ਦੀ ਗੋਦ ਦੇ ਵਿੱਚ ਬੈਠੇ ਸਾਂ ਔਰ ਸਾਧ ਸੰਗਤ ਇਹੋ ਜਿਹੇ ਸਾਡੇ ਸੈਂਕੜੇ ਬਜ਼ੁਰਗ ਨੇ। ਸੱਚਮੁੱਚ ਜਿਨ੍ਹਾਂ ਬਜ਼ੁਰਗਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ, ਅੱਜ ਵੀ ਬੜੀ ਮਾਯੂਸੀ ਦੇ ਵਿੱਚ ਲੱਗਦਾ ਹੈ ਸ਼ਾਇਦ ਇੱਕ ਵਾਰ ਫੇਰ ਆਪਣੇ ਪਿਤਾ ਜੀ ਦੀ ਉਹ ਗੋਦ ਚੇਤੇ ਆਉਂਦੀ ਹੈ ਕਿ ਉਹ ਵੀ ਸਮਾਂ ਸੀ ਇੱਥੇ ਬੈਠੇ ਸੀ ਔਰ ਇੱਥੋਂ ਤੁਰ ਕੇ ਇਹਨਾਂ ਹੱਥਾਂ ਦੇ ਨਾਲ ਆਪਣੇ ਪਿਤਾ ਜੀ ਦਾ ਸੰਸਕਾਰ ਕੀਤਾ। ਇੱਕ ਵਾਰ ਲੱਗਦਾ ਫੇਰ ਕਿਤੇ ਨਾ ਕਿਤੇ ਉਹ ਦ੍ਰਿਸ਼ ਇਹਨਾਂ ਬਜ਼ੁਰਗਾਂ ਦੀ ਅੱਖਾਂ ਦੇ ਸਾਹਮਣੇ। ਸੋ ਸਾਧ ਸੰਗਤ ਇਹੋ ਜਿਹੇ ਸਾਡੇ ਬਜ਼ੁਰਗਾਂ ਦੀਆਂ ਬੇਅੰਤ ਕੁਰਬਾਨੀਆਂ ਨੇ, ਇੱਥੇ ਬੇਅੰਤ ਸ਼ਹਾਦਤਾਂ ਨੇ। ਸੱਚਮੁੱਚ ਇਸ ਵਤਨ ਦੀ ਖਾਤਰ ਬਹੁਤ ਕੁਰਬਾਨੀਆਂ ਅਸੀਂ ਕੀਤੀਆਂ ਨੇ। ਅੱਛਾ, ਇੱਥੇ ਸੰਸਕਾਰ ਹੋਇਆ? ਹਾਂਜੀ, ਇੱਥੇ ਸੰਸਕਾਰ ਇਸ ਕਰਕੇ ਕੀਤਾ ਗਿਆ ਸੀ, ਇਹ ਜਗ੍ਹਾ ਚੁਣੀ ਗਈ ਕਿਉਂਕਿ ਛਪਾਓ ਵਿੱਚ ਹੈ। ਉਸ ਪਾਸੇ ਨਜ਼ਰ ਨਹੀਂ ਆਉਂਦੀ ਕਿ ਉਹਨਾਂ ਨੂੰ ਪਾਕਿਸਤਾਨੀਆਂ ਨੂੰ ਜਾਂ
ਹਮਲਾਵਰਾਂ ਨੂੰ ਇਹ ਪਤਾ ਨਹੀਂ ਲੱਗੇ ਕਿ ਕਿੰਨੇ ਦੇ ਬੰਦੇ ਸ਼ਹੀਦ ਹੋਏ ਨੇ ਜਾਂ ਕਿੰਨੇ ਕੁ ਮਾਰੇ ਕਿੰਨੇ ਕੈਜੁਅਲਟੀ ਹੋਈਆਂ। ਇਸ ਕਰਕੇ ਉਹਨਾਂ ਦੀ ਚਾਰਾਂ ਬੰਦਿਆਂ ਦਾ ਅਸੀਂ ਇੱਥੇ ਚਾਰਾਂ ਇੱਥੇ ਦਾ ਸ਼ਹੀਦ ਇੱਥੇ ਇੱਕੋ ਸੰਸਕਾਰ ਇੱਕੋ ਸ਼ਾਮ ਤੁਹਾਡੇ ਤਾਇਆ ਜੀ, ਤੁਹਾਡੇ ਮੇਰੇ ਪਿਤਾ ਜੀ? ਤਾਇਆ ਜੀ ਨਾਲ ਹੀ ਮੇਰੇ ਪਿਤਾ ਜੀ, ਨਾਲ ਹੀ ਸਰਦਾਰ ਸੁਜਾਨ ਸਿੰਘ ਜੀ, ਨਾਲ ਹੀ ਸਰਦਾਰ ਸੋਹਣ ਸਿੰਘ ਜੀ, ਚਾਰਾਂ ਦਾ ਇੱਥੇ ਇੱਕੋ ਸੰਸਕਾਰ ਕੀਤਾ ਤੇ ਫਿਰ ਕਿਲੇ ਚਲੇ ਗਏ। ਚਾਲੇ ਕਿਲੇ ਬਾਗ ਤੋਂ ਤੁਸੀਂ ਆਏ ਹੋ ਇੱਥੇ ਕੀਤਾ। ਸੋ ਸਤਸੰਗ ਦੇਖੋ ਕਿਆ ਕਮਾਲ ਦਾ ਉਹ ਦ੍ਰਿਸ਼ ਹੋਇਆ ਹੋਣਾ, ਔਰ ਉਹ ਬਜ਼ੁਰਗ ਜਿਨ੍ਹਾਂ ਨੇ ਸਭ ਕੁਝ ਆਪਣੇ ਅੱਖੀ ਦੇਖਿਆ। ਅਸੀਂ ਸੰਸਕਾਰ ਕਰਕੇ ਮੈਂ ਰੋਂਦਾ ਅਸੀਂ ਗਏ ਜਾ ਉਹ ਕੇ ਬਜ਼ੁਰਗ ਸਾਡੇ ਪਾਸ ਨੇ। ਸ਼ਹੀਦ ਹੋ ਗਏ। ਬਦਕਿਸਮਤੀ ਸਾਡੀ ਬਈ ਅੱਜ 74 ਸਾਲ ਤੱਕ ਅਸੀਂ ਕਦੇ ਇਹ ਇਤਿਹਾਸ ਜਿਹੜਾ ਬਾਹਰ ਨਹੀਂ ਕੱਢਿਆ। ਇਹ ਉਹ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੇ ਪਿਤਾ ਜੀ ਇੱਥੇ ਇਸ ਜੰਗ ਦੇ ਵਿੱਚ ਸ਼ਹੀਦ, ਤਾਇਆ ਜੀ ਸ਼ਹੀਦ, ਇਸ ਥਾਂ ਤੇ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ। ਅੱਜ ਇਹ ਜਿਹੜਾ ਹੈ ਸ਼ਹੀਦੀ ਸਤੰਭ ਬਣਾਇਆ ਗਿਆ, ਔਰ ਉਹ ਸਾਹਮਣੇ ਪਾਰ ਤੁਸੀਂ ਕਿਲਾ ਦੇਖੋ। ਉਸ ਕਿਲੇ ਦੇ ਵਿੱਚ ਇੱਥੋਂ ਫਿਰ ਇਹ ਉੱਥੇ ਗਏ। ਉਸ ਕਿਲੇ ਦੇ ਵਿੱਚ ਜਿਹੜਾ ਸੀ ਪੂਰੇ ਪਿੰਡ ਦੇ ਲੋਕੀ ਇਕੱਠੇ ਨੇ ਔਰ ਲੰਬਾ ਸਮਾਂ ਉਸ ਕਿਲੇ ਦੇ ਵਿੱਚ ਰਹੇ ਨੇ। ਸੋ ਇਹ ਸਾਡਿਆਂ ਬਜ਼ੁਰਗਾਂ ਦੀ ਉਹ ਬਹਾਦਰੀ ਹੈ। ਸੱਚਮੁੱਚ 'ਚ ਹਿੰਦੁਸਤਾਨ ਦੇ ਵਿੱਚ ਇਸ ਦੀ ਆਜ਼ਾਦੀ ਦੀ ਗੱਲ ਕਰੀਏ ਜਾਂ ਇਹਦੀ ਰਾਖੀ ਦੀ ਗੱਲ ਕਰੀਏ ਤੇ ਸ਼ਾਹ ਮੁਹੰਮਦ ਲਿਖਦਾ ਹੈ, ਸੱਚਮੁੱਚ ਸ਼ਾਹ ਮੁਹੰਮਦ ਦਾ ਇਕਤਦਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੇ ਉੱਥੇ ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਸੀ ਕਿ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਤੇਗਾਂ ਸਿੰਘਾਂ ਨੇ ਮਾਰੀਆਂ ਨੇ। ਸੱਚਮੁੱਚ ਜਿਹੜੀਆਂ ਤੇਗਾਂ ਸਿੰਘਾਂ ਨੇ ਚਲਾਈਆਂ ਨੇ, ਉਹਨਾਂ ਨੇ ਲੰਬਾ ਸਮਾਂ ਤੱਕ ਹਿੰਦੁਸਤਾਨ ਦੀ ਜਿਹੜੀ ਗੁਲਾਮੀ ਸੀ, ਇਹ ਗੁਲਾਮੀ ਨੂੰ ਕੱਟ ਕੇ ਰੱਖਿਆ ਹੈ। ਔਰ ਇਹ ਸਾਡੇ ਬਜ਼ੁਰਗ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਇਹ ਪੂਰਾ ਇਲਾਕਾ ਜਿਹੜਾ ਸੀ, ਕਿਉਂਕਿ ਕਿਸੇ ਵੇਲੇ ਇੱਕ ਗੱਲ ਕਿਸੇ ਨੇ ਬੜੇ ਕਮਾਲ ਦੀ ਕਹੀ ਸੀ ਕਿ ਜੇ ਹਿੰਦੁਸਤਾਨ ਦੀ ਧਰਤੀ ਤੇ ਖਾਲਸਾ ਨਾ ਹੁੰਦਾ ਤੇ ਪਤਾ ਨਹੀਂ ਹਿੰਦੁਸਤਾਨ ਦਾ, ਪੰਜਾਬ ਦਾ, ਦਿੱਲੀ ਤੱਕ ਦਾ ਇਲਾਕਾ ਕਦੋਂ ਤੱਕ ਅਫਗਾਨਿਸਤਾਨ ਦਾ ਹਿੱਸਾ ਬਣ ਜਾਣਾ ਸੀ। ਇਹ ਸਾਡੇ ਵੱਡੇ ਵਡੇਰੇ ਨੇ ਜਿਨ੍ਹਾਂ ਨੇ ਇੱਥੇ ਲੜ ਕੇ ਜਿਹੜੀਆਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ। ਦੇਖੋ ਆਪ ਇਸ ਮਿੱਟੀ ਦੇ ਵਿੱਚ ਜਿਹੜੇ ਨੇ ਉਹ ਮਿਲ ਚੁੱਕੇ ਨੇ, ਪਰ ਆਉਣ ਵਾਲੇ ਸਮੇਂ ਸਦੀਵੀ ਤੌਰ ਤੇ ਹਿੰਦੁਸਤਾਨ ਦਾ ਜਿਹੜਾ ਇਹਨੂੰ ਹਿੱਸਾ ਬਣਾ ਗਏ ਨੇ। यहाँ की वो हिस्ट्री है, बच्चे से लेकर बूढ़े तक उन्होंने जंग में हिस्सा लिया। इतना नहीं, यहाँ की औरतों ने भी जंग में अपने फौज की वर्दी पहनकर, मर्दों की वर्दी पहनकर, हाथ में छोटे कृपाने और राफले लेकर जंग में कूद पड़े। 1947 में फौज के साथ मिलकर इस इलाके को बचाया। 1971 में भी यहाँ के नौजवान जो लड़के थे सभी फौज के साथ वॉलंटियर होकर, फौज के साथ कंधे के साथ कंधा लगाकर हर वक्त जंग में फौज के साथ लड़ते रहे। और बंदे चले गए जेड़े जो आसी 25 औरतों से मुर्दा में कपड़े पाई बच्चे किले से रखे और ड्यूटी तैरे देना, पर ड्यूटी दुश्मन ऊपर ना आवे। आसा नारे शारे मारे दा दुश्मन भजी गया। बच्चे से जेड़े वो भी दादा जी जेड़ा छैलम हुआ है किसे छपो करना और तोड़े लाने, ये दुश्मन दो बिंट मारना उसको, भाई दुश्मन को मारिया। असि सिखाने रहे पर जाइए और 150 साल वो अपने दिमाग से आगे अम्बस लाने की कोशिश की और आगे चला गया। और जब आगे दुश्मन के साथ मुकाबला हुआ तो मैंने उसके ऊपर हमला कर दिया, फायर करके उसको मार कर के मिलिट्री किधर है दुश्मन, ऐसा बहुत दुश्मन मार दिया मैंने। नीचे वो झाड़ियों में पड़ा है, पता नहीं जिंदा है या मरा है। तो उससे बाद मुझे ये शौर्य चक्र मिला। हम डाक देते रहे और फौज के साथ मदद करते रहे और फौज को खाना वगैरह भी पहुँचाते थे। और मैं किला दराल में रहने वाला। हमारा कडाला जो है वो 1947 में गिलगित शहीद हो गया सी। हमारे परिवार ने बंदे जेड़े 5 बंदे 4765 में शहीद होए। 47 ने कदे तो मुंडे ना मुंडा लाई मर्दा नाल लड़ाई लड़ी सी। 47 ने लड़ाई सारा ग्रां सोना पूरा किले विच सी। सारे मर्द सारे लड़ाई लड़ने वास्ते बाहर जाने से दुश्मन डाल अस मर्दा दे कपड़े लाई पग बनी दे किले विच रक्षा करने वास्ते किले विच रहने सो। किला दराल ने शहीद जेड़े ये इलाका जेड़ा उन्हें बचाया।
ਇਹ ਇਲਾਕਾ ਜਿਹੜਾ ਸ਼ਹੀਦੀਆਂ ਦਾ ਕਾਰਡ ਬੱਚਿਆ ਵਾ ਕਾਰਨ ਲਾਮ ਲੜੋਕਾ ਨਹੀਂ। ਸੋ ਸਾਧ ਸੰਗਤ 1947 ਦਾ ਸੰਤਾਪ ਪ੍ਰੋਗਰਾਮ ਆਪ ਜੀ ਲੜੀਵਾਰ ਦੇਖਦੇ ਸੋ। ਇਸ ਪ੍ਰੋਗਰਾਮ ਦੇ ਤਹਿਤ 1947 ਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦੇ ਉੱਤੇ ਇੱਕ ਡਾਕੂਮੈਂਟਰੀ 1947 ਦਾ ਸੰਤਾਪ, ਜਿਸ ਦੀ ਅੱਜ ਦੀ ਕੜੀ ਜਿਹੜੀ ਸੀ ਉਹ ਸੀ ਨੌਸ਼ਹਿਰੇ ਦੇ ਵਿੱਚ ਕਿਲ੍ਹਾ ਧਰਾਲ ਦੇ ਸ਼ਹੀਦ। ਸੱਚਮੁੱਚ ਇਹ ਉਹ ਸ਼ਹੀਦ ਨੇ ਜਿਹੜੇ ਸ਼ਹੀਦ ਸਾਡੇ ਕੋਲੋਂ ਅਣਗੌਲੇ ਹੀ ਹੋ ਗਏ ਸੀ। ਇਹਨਾਂ ਦੇ ਬਾਰੇ ਅਸੀਂ ਕਿਤੇ ਵੀ ਕੋਈ ਇੰਨਾ ਬਹੁਤਾ ਜ਼ਿਆਦਾ, ਬੇਸ਼ੱਕ ਸਾਲ ਦੇ ਵਿੱਚ ਇੱਥੋਂ ਦੇ ਲੋਕੀ ਇਸ ਪੱਧਰ ਆਪਣੇ ਲੈਵਲ ਤੇ ਇੱਕ ਇਹ ਸਮਾਗਮ ਕਰਦੇ ਨੇ, ਉਹਨਾਂ ਸ਼ਹੀਦਾਂ ਨੂੰ ਜਿਹੜੀ ਹੈ ਉਹ ਸ਼ਰਧਾਂਜਲੀ ਦਿੰਦੇ ਨੇ, ਪਰ ਆਮ ਦੁਨੀਆ ਇਹਨਾਂ ਸ਼ਹੀਦਾਂ ਤੋਂ ਜਿਹੜੀ ਸੀ ਇੰਨੀ ਵਾਕਿਫ ਨਹੀਂ ਸੀ। ਕੋਸ਼ਿਸ਼ ਕੀਤੀ ਗਈ 1947 ਦੇ ਉਹ ਸ਼ਹੀਦ, ਉਹਨਾਂ ਸ਼ਹੀਦਾਂ ਦੀ ਦਾਸਤਾਨ, ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਸੀ, ਕਿਸ ਥਾਂ ਤੇ ਰਹੇ, ਕਿੱਥੇ ਉਹਨਾਂ ਨੇ ਰਾਤਾਂ ਕੱਟੀਆਂ, ਕਿਹੜੀ ਜਗ੍ਹਾ ਤੇ ਸ਼ਹੀਦੀਆਂ ਪਾਈਆਂ ਔਰ ਉਹਨਾਂ ਦੇ ਸੰਸਕਾਰ ਕੀਤੇ ਗਏ ਔਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇਸ ਵਕਤ ਕੌਣ ਕਿੱਥੇ ਹੈ, ਉਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਰਲ ਕੇ ਅਸੀਂ ਕਿਲ੍ਹਾ ਧਰਾਲ ਦੇ ਵਿੱਚ 1947 ਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹ ਸ਼ਹੀਦਾਂ ਦੀ ਦਾਸਤਾਨ ਆਪ ਜੀ ਦੇ ਨਾਲ ਲੈ ਕੇ ਆਏ ਹਾਂ। ਇਸ ਸਾਰੇ ਪ੍ਰੋਗਰਾਮ ਦੇ ਵਿੱਚ ਸਾਧ ਸੰਗਤ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ ਉਹਨਾਂ ਨੇ ਬਹੁਤ ਜਿਹੜਾ ਸੀ ਉਹ ਜਿਹੜਾ ਸਾਥ ਦਿੱਤਾ ਹੈ। ਜਿਨ੍ਹਾਂ ਮੈਂਬਰਾਂ ਨੇ ਵੀ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਸਾਥ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਉਹਨਾਂ ਨੂੰ ਬਖਸ਼ਣ। ਨਾਲ ਹੀ ਨਾਲ ਵਿਸ਼ੇਸ਼ ਤੌਰ ਤੇ ਬਜ਼ੁਰਗ ਸਾਡੇ ਨਾਲ ਜਿਨ੍ਹਾਂ ਨੇ ਪੂਰਾ ਸਾਨੂੰ ਇਹ ਕਿਲ੍ਹਾ ਔਰ ਇੱਥੋਂ ਦੀ ਪੂਰੀ ਵਾਰਤਾ ਜਿਹੜੀ ਸੀ ਇੱਦਾਂ ਦਾ ਇੱਕ ਚਿਹਰਾ ਪੇਸ਼ ਕੀਤਾ ਕਿ ਬਿਲਕੁਲ ਇੱਕ ਥਾਂ ਤੇ ਕਿਹੜੀ ਥਾਂ ਤੇ ਇਹ ਰਹਿ ਰਹੇ ਸੀ, ਕਿਹੜੀ ਥਾਂ ਤੇ ਕਿਹਨਾਂ ਦਾ ਘਰ ਸੀ। ਇਸੇ ਤਰ੍ਹਾਂ ਅੱਜ ਦਾ ਇਹ ਪੜਾਅ ਦੀ ਸਮਾਪਤੀ ਇੱਥੇ ਹੈ। ਇਹ ਡਾਕੂਮੈਂਟਰੀ ਜਿਹੜੀ ਸੀ ਕਿਲ੍ਹਾ ਧਰਾਲ ਦੇ ਸ਼ਹੀਦ 1947 ਦਾ ਸੰਤਾਪ, ਜਿਹੜੀ ਆਪ ਇਸ ਚੈਨਲ ਦੇ ਮਾਧਿਅਮ ਦੇ ਦੁਆਰਾ ਦੇਖ ਰਹੇ ਹੋ। ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਦੇਖੋ, ਬੜੀ ਮਿਹਨਤ ਕਰਕੇ ਇਹ ਡਾਕੂਮੈਂਟਰੀਆਂ ਜਿਹੜੀਆਂ ਨੇ ਵੱਡਾ ਸਰਮਾਇਆ ਖਰਚ ਕੇ ਤਿਆਰ ਕੀਤੀਆਂ ਜਾਂਦੀਆਂ ਨੇ ਔਰ ਇਹਦੇ ਵਿੱਚ ਜਿਹੜੇ ਵੀ ਲੋਕੀ ਜਿਹੜੇ ਨੇ ਉਹ ਸਾਥ ਦਿੰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਜਿਹੜੇ ਲੋਕੀ ਘਰਾਂ ਦੇ ਵਿੱਚ ਬੈਠ ਕੇ ਦੇਖਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਆਪਣੇ ਬਜ਼ੁਰਗਾਂ ਦੀਆਂ ਦਾਸਤਾਨਾਂ ਨੂੰ ਤੁਸੀਂ ਸ਼ੇਅਰ ਕਰੋ ਇਹਨਾਂ ਨੂੰ ਗਾਂ, ਤਾਂ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਸਕੇ ਕਿ ਹਿੰਦੁਸਤਾਨ ਦੀ ਧਰਤੀ ਦੇ ਇਹਨਾਂ ਇਲਾਕਿਆਂ ਨੂੰ ਯਾਦ ਕਰਾਉਣ ਵਿੱਚ ਸਾਡਿਆਂ ਬਜ਼ੁਰਗਾਂ ਦਾ ਕਿੰਨਾ ਵੱਡਾ ਯੋਗਦਾਨ ਹੈ। ਇਸ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਜਿਹੜੇ ਬੁੱਧਲ ਦੇ ਵਿੱਚ ਸ਼ਹੀਦ, ਉਹਨਾਂ ਨੂੰ ਆਪ ਜੀ ਦੇ ਰੂਬਰੂ ਲੈ ਕੇ ਆਵਾਂਗੇ। ਰਿਆਸੀ ਦੇ ਵਿੱਚ ਜਿਹੜੇ ਸਾਡੇ ਸ਼ਹੀਦ, ਇਸੇ ਤਰ੍ਹਾਂ ਸ਼੍ਰੀਨਗਰ ਦੇ ਵਿੱਚ ਸਾਡੇ ਜਿਹੜੇ ਸ਼ਹੀਦ, ਸਤਰਨਾ ਦੇ ਸ਼ਹੀਦ, ਉਹਦੇ ਨਾਲ ਬਾਗ ਹਵੇਲੀ, ਇਹਨਾਂ ਇਲਾਕਿਆਂ ਦੇ ਵਿੱਚ ਔਰ ਸਭ ਤੋਂ ਵੱਡੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜੋ ਇਹਦੇ ਵਿੱਚ ਕੰਟਰੀਬਿਊਸ਼ਨ ਰਹੀ ਹੈ, ਇਹ ਸਾਰੀ ਆਪ ਜੀ ਦੇ ਨਾਲ ਲੈ ਕੇ ਆਵਾਂਗੇ। ਸੋ ਦਾਸ ਹਰਮੀਤ ਸਿੰਘ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਇੱਥੇ ਹੀ ਜਿਹੜੀ ਸੀ ਇਸ ਪ੍ਰੋਗਰਾਮ ਨੂੰ ਸਮਾਪਤੀ ਕਰਦੇ ਆਪ ਤੋਂ ਖਿਮਾ ਮੰਗਦੇ ਨੇ। ਬੜੀ ਛੇਤੀ ਅਗਲੇ ਐਪੀਸੋਡ ਦੇ ਵਿੱਚ ਹੋਰ ਕੌਮ ਦੇ ਜੰਮੂ ਕਸ਼ਮੀਰ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਆਪ ਜੀ ਦੇ ਸਾਹਮਣੇ ਲੈ ਕੇ ਆਵਾਂਗੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।